अस्सलाम वालेकुम शाह जी। तसी बुखारी साहब वालेकुम अस्सलाम व मैं रहमतुल्लाहि कहता व ਹੁੰਦਾ बरकातहू ਤਿੰਨ जी। ਬੰਦੇ ਹੀ ਬਸ ਖਿਦਮਤ ਲਈ ਇਸ ਵਕਤ ਮਾਰਕੀਟ ਸਾਡੇ ਨਜ਼ਰ ਆ ਰਹੇ ਨੇ। ਤਸੀਂ ਬੁਖਾਰੀ, ਮੈਂ ਤੇ ਡਾਕਟਰ ਨਜੀਬ ਰੂਮੀ। ਬਾਕੀਆਂ ਨੂੰ ਤੇ ਆਪਣੀ ਦਿਹਾੜੀ ਦੀ ਪਈ ਹੈ। ਖਾਸ ਕਰ ਤੁਸੀਂ ਜਿਹੜੀ ਸਪੈਸ਼ਲੀ ਦਿਹਾੜੀ ਤੁਹਾਨੂੰ ਜ਼ਰੂਰਤ ਨਹੀਂ ਨਾਈਟਸ ਲਾਉਣ ਦੀ, ਲੇਕਿਨ ਉਹਨਾਂ ਫੈਮਿਲੀਜ਼ ਲਈ ਸਟਾਰਟ ਤੋਂ ਪਹਿਲਾਂ ਮੈਂ ਤੁਹਾਡੇ ਸਿਆਲਕੋਟ ਵਾਲੇ ਬੜੀ ਰਿਸਪੌਂਸ ਲਈ, ਲੇਕਿਨ ਤਮਾਸ਼ਬੀਨ ਨੇ ਬੜਾ ਕਾਂਟੈਕਟ ਕੀਤਾ। ਨੰਬਰ ਦੇं उनका, ਰਾਬਤਾ ਬਤਾएं। ਇਹ ਸੁਸਾਇਟੀ ਜਿਹੜੀ ਹੈ ਨਾ, ਇੱਥੇ ਸਾਨੂੰ ਇਜਤਮਾਹੀ ਕਿਸੇ ਨੂੰ ਨਾ ਜ਼ਿੰਮੇਦਾਰੀ ਲਾਉਣ ਦੀ ਜ਼ਰੂਰਤ ਹੈ। बिल्कुल ਔਰ सर। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਫੈਮਿਲੀ ਰੈਫਰ ਕੀਤੀ ਸੀ, ਸਾਊਦੀਆ ਤੋਂ ਲੁੱਟ-ਪੁੱਟ ਕੇ ਆਇਆ, ਤੁਸੀਂ ਉਹਨੂੰ ਰੈਫਰ ਕੀਤਾ। ਜੋ ਮੈਨੂੰ ਜ਼ਕਾਤ ਲਈ ਕਹਿ ਰਿਹਾ ਸੀ, ਮੈਂ ਰੈਫਰ ਉਹਨੂੰ ਕੀਤਾ ਇੱਕ ਬੰਦੇ ਕੋਲ। ਤੇ ਉਹ ਕਹਿੰਦਾ ਜੀ ਉੱਥੇ ਗਏ, ਉਹਨਾਂ ਨੇ ਕਿਹਾ ਲੜਕੇ ਨੂੰ ਐਵੇਂ ਹੀ ਕਿਰਾਇਆ ਜ਼ਾਇਆ ਹੋਇਆ ਸਾਡਾ। ਤੁਸੀਂ ਆਪਣੇ ਤੇ ਹੀ ਠੀਕ ਸੀ ਕਿ ਗਵਰਨਮੈਂਟ ਡਿਪਾਰਟਮੈਂਟਸ ਨੂੰ ਕਿਹਾ ਜਾਏ। ਫਿਰ ਉਹ ਮੈਂ ਜਿਹੜੀ ਫੈਮਿਲੀ ਉਥੋਂ ਸੰਭਾਲ ਰਿਹਾ ਆ, ਯਤੀਮ ਬਹੁਤ ਅੱਛਾ ਮਾਸ਼ਾਅੱਲਾ ਸੈੱਟ ਤੇ ਕਰ ਦਿੱਤਾ। ਉਹਨੂੰ ਛੋਟੀ ਬੱਚੀ ਨੂੰ ਕੋਈ ਫਾਈਬਰੋਇਡ ਦਾ ਆਪਰੇਸ਼ਨ ਹੋਣਾ ਉਹਦਾ ਇੱਕ ਪੈਨ ਦਾ। ਉਹ ਹੁਣ ਮੁਲਤਾਨ ਸ਼ਿਫਟ ਦਾ ਕੱਲ ਹੋਣਾ ਆ। ਦੇਖੋ ਡਾਕਟਰ ਸ਼ਾਕਟਰ ਉਹ ਐਸੇ ਰਾਜਨਪੁਰ ਚ ਆਰਾਮਜ਼ਾਦੇ ਹਸਪਤਾਲ ਵਾਲੇ ਨੇ ਕਿਹਾ ਜੀ ਕਿ ਤੁਸੀਂ ਸਿਟੀ ਹਸਪਤਾਲ ਲੈ ਜਾਓ। ਉਹ ਕੋਈ ਬੜਾ ਚੋਰਾਂ ਦਾ ਹਸਪਤਾਲ ਹੈ, ਪ੍ਰਾਈਵੇਟ ਹਸਪਤਾਲ ਮੁਲਤਾਨ ਚ। ਹੁਣ ਮੈਂ हम्म। ਇੱਕ ਦੋ ਬੰਦਿਆਂ ਨਾਲ ਗੱਲ ਕਰ ਰਿਹਾ ਕਿ ਨਿਸ਼ਤਰ ਚ ਕੋਈ ਅਰੇਂਜਮੈਂਟ ਉਹਨਾਂ ਦਾ ਇਨਸ਼ਾਅੱਲਾ ਕਰਦੇ ਹਾਂ, ਅੱਲਾ ਬਿਹਤਰ ਕਰੇਗਾ। ਬਟ इंशाल्लाह ਕਹਿਣ ਦਾ इंशाल्लाह। ਮਕਸਦ ਇਹ ਹੈ ਕਿ ਸੁਸਾਇਟੀ ਨੇ ਜਿਹੜੇ ਉੱਥੇ ਨਜ਼ਦੀਕ ਰਹਿੰਦੇ ਨੇ, ਬਾਕੀ ਸਾਰੇ ਲੋਕ ਨੇ, ਰਿਸ਼ਤੇਦਾਰ ਨੇ, ਉਹ ਤੇ ਬਲਕਿ ਮਾਮੇ ਨਹੀਂ ਚੁੱਕ ਕੇ ਬਾਹਰ ਮਾਮੇ ਨੇ ਮਾਰਿਆ ਸੀ। ਉਹ ਜ਼ਿੰਮੇਦਾਰੀ ਨਹੀਂ ਇਹ ਲੈ ਰਹੀ। ਸਾਨੂੰ ਹੁਣ ਇੱਕ ਤਰੀਕਾ ਤੇ ਐਸੇ ਹੋ ਸਕਦਾ ਹੈ ਮਸਜਿਦਾਂ ਵਾਲਾ ਜਿਹੜਾ। ਆਈ ਡੋਂਟ ਨੋ, ਤੁਸੀਂ ਹੁਣ ਨਾਜ਼ਰੀਨ ਨੂੰ ਪ੍ਰੋਗਰੈਸ ਦੱਸੋ ਕਿ ਕੀ ਹੋਇਆ। ਆਹੋ, ਉਹ ਅਸਲ ਵਿੱਚ ਤੁਹਾਡੀ ਗੱਲ ਬਿਲਕੁਲ ਸਹੀ ਹੈ। ਇੱਕ ਤਾਂ ਸਾਡੀ ਸੁਸਾਇਟੀ ਇਸ ਕਦਰ ਟੁੱਟ ਹੂੰ ਫੁੱਟ ਚੁੱਕੀ ਹੋਈ ਹੈ ਕਿ ਇਹ ਪ੍ਰੋਬਲਮ ਹੈ ਨੇ ਕਿਸੇ ਕੋਲ ਵੀ ਭੇਜੋ ਉਹ ਹੂੰ ਉਤਨੀ ਜ਼ਿੰਮੇਦਾਰੀ ਨਾਲ ਉਸ ਮਸਲੇ ਨੂੰ ਟੇਕ ਅਪ ਮੇਰਾ ਖਿਆਲ ਨਹੀਂ ਕਰਦੇ। ਦੂਸਰੀ ਗੱਲ ਇਹ ਹੈ ਕਿ ਉਹ ਮਸਜਿਦ ਵਾਲਾ ਵੀ ਮੈਂ ਐਕਸਪਲੇਨ ਕਰਨ ਦਾ ਮੈਨੂੰ ਕਿਸੇ ਨੇ ਮੌਕਾ ਨਹੀਂ ਦਿੱਤਾ। ਮੈਂ ਇੱਕ ਗੱਲ ਕੀਤੀ ਹੈ, ਉਹਦੇ ਬਾਅਦ ਕਮੈਂਟ ਸ਼ੁਰੂ ਹੋ ਗਏ ਨੇ, ਆਣੇ ਤਾਂ ਬੰਬਾਰੀਆਂ ਨਹੀਂ, ਸ਼ੁਰੂ ਹੋ ਔਰ ਗਈਆਂ। ਇੰਟਰਸਟਿੰਗਲੀ ਯਾਰ ਉਹਨਾਂ ਦਾ ਪਤਾ ਲੱਭ ਰਿਹਾ ਹੈ ਆ ਕਿ ਲੜਕੀਆਂ ਦਾ ਦੱਸਿਆ ਆ। ਪਤਾ ਦੱਸੋ ਲੜਕੀਆਂ ਦਾ। ਅੱਛਾ। ਯਾਰ ਹੁਣ ਕਮਾਲ ਵੀ ਹੈ। ਤੁਸੀਂ ਮੇਰੇ ਪਹਿਲੇ ਨਾ ਮੇਰੇ ਕੋਲੋਂ ਐਕਸਪਲੇਨੇਸ਼ਨ ਮੰਗੋ ਕਿ ਭਈ ਐਬਸੋਲੂਟਲੀ। ਯਾਰ ਤੂੰ ਕਿਉਂ ਮੰਗਣਾ ਚਾਹ ਰਿਹਾ, ਤੂੰ ਇਮਾਮ ਮਸਜਿਦ ਨੂੰ ਹਾਂ, ਕਿਉਂ ਥੱਲੇ ਲਿਖੋ ਜ਼ਿੰਮੇਦਾਰ ਤੁਸੀਂ। ਠਹਿਰਾ ਰਿਹਾ, ਤਾਂ ਮੈਂ ਯੈਸ ਤੁਹਾਨੂੰ ਯੈਸ। ਐਕਸਪਲੇਨ ਕਰਦਾ ਨਾ। ਤੇ ਮੈਂ ਉਹ ਤੁਹਾਨੂੰ ਹੁਣ ਇਸੇ ਮੌਕੇ ਤੇ ਮੈਂ ਪਹਿਲੇ ਇੱਥੋਂ ਸ਼ੁਰੂ ਹੋ ਜਾਂਦੇ ਆ। ਪਹਿਲੇ ਉਹ ਇਮਾਮ ਮਸਜਿਦ ਵਾਲੇ ਨੂੰ ਮੇਰਾ ਖਿਆਲ ਕਿਉਂ ਆਇਆ? ਉਹ ਖਿਆਲ ਇਸ ਵਾਸਤੇ ਆਇਆ ਕਿ ਸੇਮ ਮਹੱਲੇ 'ਚ ਉਸੇ ਬੱਚੀ ਦੇ ਘਰ ਦੇ ਵਿੱਚ ਉਹਦੀ ਖਾਲਾ ਫੌਤ ਹੁੰਦੀ ਹੈ ਬੇਆਸਰਾ। यस, इसी तरह है, यतीम बच्ची थी छोटी बहन पिछले साल बेआसरा ਠੀਕ ਹੈ फौत ਨਾ हो। ਜੀ। ਹੁਣ हाँ। ਇਹ ਮੈਂ ਸਾਰੇ ਵਿਊਵਰ ਨੂੰ ਕਹਿੰਦਾ ਕਿ ਮੇਰੀ ਗੱਲ ਨੂੰ ਗੌਰ ਨਾਲ ਸੁਣਨਾ। यस यस। ਉਸੇ ਬੱਚੀ ਦੇ ਘਰ ਪਿਛਲੇ ਸਾਲ ਦੀ ਗੱਲ ਹੈ, ਜੂਨ ਜੁਲਾਈ ਦਾ ਮਹੀਨਾ ਤਪਦੀ ਹੋਈ ਉਹ ਘਰ, ਉਹਨਾਂ ਬੱਚੀ ਦੀ ਹਾਲਤ ਇਹ ਹੈ ਕਿ ਉਹ ਪੂਰੇ ਗਰਮੀਆਂ ਦੇ ਵਿੱਚ ਉਬਲਿਆ ਹੋਇਆ ਪਾਣੀ ਪੀਂਦੇ ਨੇ ਟੂਟੀਆ। ਉਹਨਾਂ ਕੋਲ ਠੰਡਾ ਪਾਣੀ ਫ੍ਰਿਜ ਨਹੀਂ ਸੀ। बिल्कुल ਔਰ बिल्कुल। ਉਹਨਾਂ ਦੇ ਬੱਚਿਆਂ ਕੋਲ ਇੱਕ ਇੱਕ ਜੋੜਾ ਜਿਹੜਾ ਮੋٹے ਕੱਪੜੇ ਜਿਹੜੇ ਉਹ ਗਰਮੀਆਂ 'ਚ ਵੀ ਉਹੀ ਪਾਉਂਦੇ ਨੇ, ਤੇ ਉਹਨਾਂ ਦੀਆਂ यस ਪਿੱਟਾਂ, ਉਹਨਾਂ ਦੇ ਜਿਸਮ ਗਲੇ ਪਏ ਨੇ। यस यस यस। ਔਰ ਇਸ ਬੇਕਸੀ ਔਰ ਨਾਦਾਰੀ ਦੇ ਬਾਵਜੂਦ ਉਹ ਬੱਚੀ, ਉਹ ਜਿਹੜੀ ਮਾਂ ਹੈ ਨਾ, ਉਹਦੇ 6 ਭਰਾ ਨੇ ਉਸ ਬੱਚੀ ਦੇ। हाँ। ਉਹ ਜਿਹੜੇ ਸਾਰੇ ਭਰਾ ਉਹਨੂੰ ਕੁੱਟਦੇ ਨੇ ਔਰ ਮਾਂ ਨੂੰ ਵੀ ਕੁੱਟਦੇ ਨੇ, ਤੇ ਉਹ ਵਿਚਾਰੀ ਉਹ ਆਪਣੀ ਮਾਂ ਨੂੰ ਲੈ ਕੇ ਉਹ गुड। ਇੱਕ ਪਤਾ ਨਹੀਂ ਕਿੱਥੇ ਕਿਰਾਏ ਦੇ ਘਰ 'ਚ ਆ ਕੇ ਉਹ ਕਿਤੇ ਲੁੱਕ ਕੇ ਰਹਿ ਗਈ ਹੈ, ਤੇ ਮਾਂ ਦੀ ਖਿਦਮਤ ਕਰਨ ਦੀ ਪਈ। ਔਰ ਮਾਂ ਜਿਹੜੀ ਹੁਣ 80 ਤੋਂ ਉੱਤੇ ਟੱਪੀ ਪਈ ਹੈ ਔਰ ਸ਼ੂਗਰ ਦੇ ਆਖਰੀ ਸਟੇਜ ਤੇ ਹੈ, ਤੇ ਅੱਲਾ ਦੇ ਇਲਾਵਾ ਕੋਈ ਤੇ ਉਹਨੂੰ ਉਹ ਜ਼ਿੰਦਗੀ ਦੀ ਬਾਲ ਜਿਹੜਾ ਨਹੀਂ ਉਹ ਬਲੈਡਰ ਦਾ ਚੱਲ ਰਹੀ। ਕਿਹਦਾ ਸੀ ਆਪਰੇਸ਼ਨ ਦਾ ਕੋਈ ਵਿੱਚ? ਉਹ ਆਪਰੇਸ਼ਨ ਉਸ ਬੱਚੀ ਦਾ ਸੀ, ਪਿੱਤੇ ਦਾ। अच्छा अच्छा ਤੋ अच्छा। ਹਜੇ ਤੱਕ ਰਿਕਵਰ ਨਹੀਂ ਹੈ। ਅੱਛਾ, ਇਨਸੀਡੈਂਟ ਕੀ ਹੋਇਆ ਕਿ ਉਹਦੀ ਖਾਲਾ, ਅੱਛਾ ਜਿਹੜੀ ਉਹ ਖਾਲਾ ਦੀ ਵੀ ਔਲਾਦ, ਹੁਣ ਇਹ ਸੁਸਾਇਟੀ ਦਾ ਮੈਂ ਤੁਹਾਨੂੰ ਮਸਲਾ ਦੱਸ ਰਿਹਾ, ਸਾਡੀ ਸੁਸਾਇਟੀ ਦਾ ਸੋ ਕਾਲਡ ਜਿਹੜੀਆਂ ਨੰਗਾ ਗੱਲਾਂ ਕਰਨਾ ਕਰਨ ਦੀ ਸਟਾਡੀ ਇਹਨੂੰ, ਹੈ। ਤੌਸੀਫ ਸਾਹਿਬ, ਨੰਗਾ ਕਰਨਾ ਇਹਨਾਂ ਨੂੰ ਆ ਜਾ, ਸੁਸਾਇਟੀ ਇਹ ਨੂੰ। ਜਿਹੜੀ ਗੱਲਾਂ ਕਰਨ ਦੀ ਡਾਢੀ ਹੈ ਨਾ, ਇਹ ਫੌਰਨ ਮਜ਼ਲੂਮਾਂ ਦੇ ਪਿੱਛੇ ਪੈ ਜਾਂਦੀ ਜੀ। ਇਹਨਾਂ ਨੂੰ ਮਜ਼ਲੂਮਾਂ ਨੂੰ ਤੁਸੀਂ ਕਿਉਂ ਗਾਲਾਂ ਕੱਢਦੇ ਪਏ ਹੋ? ਹੈ। ਅੱਛਾ, ਉਹ ਇਹਨਾਂ ਦੀ ਉਸ ਖਾਲਾ ਦੀ ਔਲਾਦ ਨੇ ਵੀ ਉਹਨੂੰ ਮਾਰ ਕੁੱਟ ਕੇ ਘਰੋਂ ਕੱਢ ਦਿੱਤਾ। ਉਹ ਵਿਚਾਰੀ ਇਹੀ ਜਿਹੜੀ ਬੱਚੀ ਹੈ, ਜਿਹੜੀ ਆਪ ਬੇਸੁਰ ਜ਼ਮਾਨੀ ਦੀ ਹਾਲਤ 'ਚ ਰਹਿ ਰਹੀ ਹੈ, ਅੱਲਾ ਨੇ ਇਹਨੂੰ ਨਾ ਬੜਾ ਦਿਲ ਦਿੱਤਾ। ਉਹਨੇ ਕਿਹਾ ਖਾਲਾ ਤੂੰ ਮੇਰੇ ਕੋਲ ਆ ਜਾ, ਜਿੱਥੇ ਅਸੀਂ ਭੁੱਖ ਮਰਦੇ ਪਏ ਆ ਤੂੰ ਵੀ ਸਾਡੇ ਨਾਲ ਮਰ ਲਈ। ਕਮ ਸੇ ਵਾਹ। ਕਮ ਛੱਤ ਤੇ ਆਏ ਤੇ ਤੈਨੂੰ ਮਾਰੇਗਾ ਤਾਂ ਕੋਈ ਬਿਲਕੁਲ ਨਹੀਂ। ਬਿਲकुल ਅੱਛਾ, ਉਹ बिल्कुल। ਕੋਈ ਉਹਦੇ ਫੌਤ ਹੋਣ ਤੋਂ 4 ਦਿਨ ਪਹਿਲੇ ਮੈਨੂੰ ਉਹਦੇ ਬਾਰੇ ਦੱਸਦੀ ਹੈ ਜੀ, ਐਵੇਂ ਸਾਡੀ ਇੱਕ ਖਾਲਾ ਵੀ ਹੈ ਬੜੀ ਨਦਾਰ, ਉਹ ਸਾਡੇ ਕੋਲ ਆ ਗਈ। ਮੈਂ ਕਿਹਾ ਪੁੱਤਰ ਹੁਣ ਆਖਰੀ ਉਮਰੇ 'ਚ ਆ ਗਈ ਹੈ, ਇਹ हम्म ਅੱਲਾ ਵੱਲੋਂ ਤੇਰੀ ਅਜ਼ਮਾਇਸ਼ ਹੈ।
ਤੇਰੇ ਕੋਲ ਜੋ ਕੁਝ ਹੁੰਦਾ ਉਹਦੇ ਵਾਸਤੇ ਕਰ, ਮੈਨੂੰ ਦੱਸਿਆ ਕਰ ਅਗਰ ਤੂੰ ਥੋੜ ਪਾਇਆ ਜਾਵੇ ਤੈਨੂੰ ਕਿਤੇ ਪਾਸੋਂ। ਵੈਰੀ। ਆਪਾਂ ਦੋਵੇਂ ਮਿਲ ਕੇ ਉਸ ਦੇ 4 ਦਿਨ ਜ਼ਿੰਦਗੀ, ਉਸ ਖਾਲਾ ਦੀ ਸਟੇਜ ਐਸੀ ਬਿਮਾਰੀ ਦੀ ਸੀ, ਮੈਨੂੰ ਉਹਨੇ ਦੱਸੀ। ਮੈਨੂੰ ਪਤਾ ਲੱਗ ਗਿਆ ਕਿ ਬਈ ਇਹ ਹੁਣ ਆਖਰੀ ਲਮਹਾ ਨੇ, ਇਹਨਾਂ ਦੀ ਜਿੰਨੀ ਖਿਦਮਤ ਕਰ ਸਕਦੇ ਹੋ ਕਰ ਲਵੋ। ਇਹ ਵਿਚਾਰੀ ਔਰ ਅੱਲਾ ਦੀ ਬੰਦੀ ਫੌਤ ਹੋਣ ਤੋਂ ਪਹਿਲੇ ਕੋਈ ਦੁਆਵਾਂ ਦੇ ਜਾਵੇ ਸਾਨੂੰ। ਅੱਛਾ, ਉਹੀ ਗੱਲ ਹੋਈ, ਉਹ 4-5 ਦਿਨ ਬਾਅਦ ਅੱਲਾ ਵੱਲੋਂ ਫੌਤ ਹੋ ਗਈ। ਅੱਛਾ, ਇਹ ਵੀਲੌਗ ਤੋਂ ਬਾਅਦ ਤੁਹਾਡੇ? ਨਹੀਂ, ਇਹ ਪਿਛਲੇ ਸਾਲ ਦੀ ਗੱਲ ਹੈ, ਪਿਛਲੇ ਪਿਛਲੇ ਸਾਲ? ਸਾਲ। ਓਕੇ ਹਾਂਜੀ। ਓਕੇ। ਅੱਛਾ, ਉਹ ਫੌਤ ਹੋ ਗਈ ਜਦੋਂ, ਤੇ ਹੁਣ ਇਸੇ ਘਬਰਾਈ ਹੋਈ ਬੱਚੀ ਦਾ ਜਿਹੜੀ ਹੈ ਹੁਣ ਆਪਣਾ ਆਪਰੇਸ਼ਨ ਕਰਾ ਕੇ ਬੈਠੀ ਹੋਈ ਹੈ ਇਸੇ ਮਹੱਲੇ ਦੀ। ਇਹ ਰੋਂਦੇ ਹੋਏ ਇਹਨੇ ਮੈਨੂੰ ਫੋਨ ਕੀਤਾ ਜੀ, ਮੈਂ ਤਾਂ ਮੁਝੇ तो मेरे पास तो कफन दफन के पैसे नहीं है। वो गोरखन भी 60,000 ਮੰਗਦਾ, ਪਤਾ ਨਹੀਂ ਕੌਣ 40,000 ਮੰਗਦਾ, ਕੌਣ। ਉਹ ਮੈਨੂੰ ਇੰਨਾ ਉਸ ਦਿਨ ਗੁੱਸਾ ਚੜਿਆ ਨਾ ਯਾਰ ਕੀ ਕਰੀਏ, ਉਹ ਵਿਚਾਰੇ ਵੀ ਮਜਬੂਰ ਨੇ ਅੱਛਾ, ਯਾਰ। ਉਹ ਮਜਬੂਰ ਹੈ ਵਿਚਾਰੇ। ਅੱਛਾ, ਇੰਨੀ ਪੜ੍ਹੀ ਲਿਖੀ ਵੀ ਨਹੀਂ। ਉਹਦੇ ਪਿਓ ਦਾ ਵੀ ਇੱਕ ਜਿਹੜਾ ਫੌਤ ਹੋ ਗਿਆ ਨਾ, ਉਹ ਆਪਣੇ ਆਪ ਨੂੰ ਉਹ ਕਹਿੰਦੀ ਹੈ ਮੇਰੇ ਪਿਓ ਨੂੰ ਲੋਕ ਰਹਿਮਤੁल्लाह ਲੈ ਕਹਿੰਦੇ ਸੀ। ਮੈਂ ਕਿਹਾ ਚੰਗਾ ਰਹਿਮਤੁल्लाह ਲੈ, ਜਿਹੜਾ ਪੁੱਤਰਾਂ ਨੂੰ ਹੀ ਤਰਬੀਅਤ ਨਹੀਂ ਦੇ ਕੇ ਗਿਆ, ਜਿਹੜੇ ਤੈਨੂੰ ਮਾਂ ਨੂੰ ਕੁੱਟਦੇ ਨੇ। ਅੱਛਾ, ਬਿਲਕੁਲ। ਖੈਰ ਉਹ ਇੱਕ ਅਲੱਗ ਸਟੋਰੀ ਹੈ। ਮੈਂ ਉਹਨੂੰ ਕਿਹਾ ਕਿ ਮੈਨੂੰ ਗੁੱਸਾ ਚੜਿਆ ਹੋਇਆ। ਮੈਂ ਕਿਹਾ ਤੇਰੇ ਹੱਥ 'ਚ ਫੋਨ ਹੈ ਨਾ। ਉਸ ਵੇਲੇ ਅਜ਼ਾਨ ਹੋ ਰਹੀ ਸੀ। ਮੈਂ ਕਿਹਾ ਚੁੱਪ ਕਰਕੇ ਪਹਿਲੇ ਤਾਂ ਮੈਨੂੰ ਅਜ਼ਾਨ ਸੁਣ ਲੈਣ ਦੇ। ਉਸ ਵੇਲੇ ਜਦੋਂ ਅਜ਼ਾਨ ਹੋਈ ਹੈ, ਬਿਲਕੁਲ ਇਹੀ ਮਾਹੌਲ ਸੀ ਜਦੋਂ ਮੈਨੂੰ ਹੁਣ ਗੁੱਸਾ ਚੜਿਆ। ਇਹਦੇ ਵੀ ਇਸ ਦਫਾ ਵੀ ਅਜ਼ਾਨ ਹੋ ਰਹੀ ਸੀ ਤੇ ਮੈਨੂੰ ਇਮਾਮ ਮਸਜਿਦ ਤੇ ਚੜ ਗਿਆ ਤੱਪ ਕਿ ਉਹਦੀ ਹਯਾ ਅਲ ਫਲਾਹ, ਹਯਾ ਅਲ ਸਲਾਹ ਦੀ ਆਵਾਜ਼ ਸੁਣ ਕੇ। ਅੱਛਾ, ਉਹ ਅਜ਼ਾਨ ਹੋ ਰਹੀ ਸੀ। ਮੈਂ ਕਿਹਾ ਅਜ਼ਾਨ ਪੁੱਤਰ ਸੁਣ ਲੈ, ਅਜ਼ਾਨ ਖਤਮ ਹੋਈ ਹੈ। ਮੈਂ ਕਿਹਾ ਫੋਨ ਬੰਦ ਨਾ ਕਰੀ, ਇਦਾਂ ਹੀ ਚੁੱਕ ਕੇ ਲੈ ਜਾ ਤੇ ਜਿਹੜੇ ਮਸਜਿਦ ਦੇ ਇਮਾਮ ਸਾਹਿਬ ਨੇ ਨਾ ਇਜ਼ਾਨ ਦੇ ਰਹੇ, ਇਹਨਾਂ ਨਾਲ ਮੇਰੀ ਗੱਲ ਕਰਾ। ਠੀਕ ਹੈ। ਉਹ ਬੱਚੀ ਹੁਣ ਘਬਰਾਈ ਹੋਈ ਆ, ਉਹਨੂੰ ਸਮਝ ਨਹੀਂ ਆਈ ਕਿ ਮੈਂ ਉਹਨੂੰ ਕੀ ਕਹਿ ਰਿਹਾ ਹਾਂ। ਲੇਕਿਨ ਮੈਂ ਕਿਹਾ ਤੂੰ ਜਿੱਦਾਂ ਕਹਿ ਰਿਹਾ ਨਾ ਉਦਾਂ ਕਰ। ਉਹ ਟੁਰ ਗਈ। ਅੱਛਾ, ਹੁਣ ਉਹ ਵਿਚਾਰੀ ਬੱਚੀ ਕੋਲ ਨੈਟ ਪੈਕੇਜ ਦੇ ਵੀ ਪੈਸੇ ਨਹੀਂ ਹੁੰਦੇ। ਉਹ ਕਿਤੇ ਹਮਸਾਈ ਦਾ ਹੈ, ਵਾਈਫਾਈ ਚੱਲਣ ਡਿਆ ਸੀ, ਉਹ ਘਰੋਂ ਨਿਕਲੀ ਹੈ ਤੇ ਉਹ ਕਿਤੇ ਵਾਈਫਾਈ ਵੀ ਕੱਟ ਗਿਆ ਤੇ ਉਹ ਰਾਬਤਾ ਮੇਰਾ ਉਹਦੇ ਨਾਲ ਕਾਲ ਦਾ ਕੱਟਿਆ ਗਿਆ। ਮੈਂ ਉਹਨੂੰ ਵਾਇਸ ਮੈਸੇਜ ਰਿਕਾਰਡ ਕੀਤਾ। ਮੈਂ ਕਿਹਾ ਬੇਟਾ ਜਦੋਂ ਵੀ ਤੈਨੂੰ ਵਾਈਫਾਈ ਮਿਲੇ, ਮੈਨੂੰ ਪਤਾ ਹੈ ਤੇਰਾ ਰਾਬਤਾ ਕੱਟਿਆ ਗਿਆ, ਤੂੰ ਇਮਾਮ ਮਸਜਿਦ ਸਾਹਿਬ ਨੂੰ ਮੇਰਾ ਇਹ ਰਿਕਾਰਡਡ ਵਾਇਸ ਮੈਸੇਜ ਸੁਣਾ ਦੇ। ਮੈਂ ਉਹਦੇ ਮੈਸੇਜ ਰਿਕਾਰਡ ਕੀਤਾ ਇਮਾਮ ਸਾਹਿਬ ਦੇ ਨਾਮ। ਮੈਂ ਕਿਹਾ ਇਮਾਮ ਸਾਹਿਬ ਗੱਲ ਇਹ ਹੈ ਕਿ ਇਹ ਬੱਚੀ ਤੁਹਾਡੇ ਮਹੱਲੇ 'ਚ ਰਹਿੰਦੀ ਹੈ, ਮਸਜਿਦ ਤੇ ਤੁਸੀਂ ਨਮਾਜ਼ ਪੜ੍ਹਾਉਂਦੇ ਹੋ ਮਾਸ਼ਾਅੱਲਾ, ਠੀਕ ਹੈ। ਇੰਨੇ ਨਮਾਜ਼ੀ ਤੁਹਾਡੇ ਕੋਲ ਪੜ੍ਹਨ ਆਉਂਦੇ ਨੇ, ਉਹਦੇ ਪਿੱਛੇ ਤੁਹਾਡੇ ਪਿੱਛੇ ਕਈ ਮੁਤਬਰ ਨਮਾਜ਼ੀ ਵੀ ਹਨ। ਅੱਲਾਹ ਪਾਕ ਨੇ ਉਹਨਾਂ ਨੂੰ ਬੜੀ ਪੈਸਾ ਦੌਲਤ ਵੀ ਦਿੱਤੀ ਪਈ ਹੈ। ਮੈਂ ਕਿਹਾ ਮੈਨੂੰ ਇਹ ਦੱਸੋ, ਇਹਦੀ ਬੱਚੀ ਦੇ ਘਰ ਇਹਦੀ ਖਾਲਾ ਦੀ ਇੱਕ ਗੌਰਵ ਗਫਨ ਲਾਸ਼ ਪਈ ਹੈ ਔਰ ਤੁਹਾਡੇ ਕੋਲ ਇਸ ਬੱਚੀ ਨੇ ਇੱਕ ਦਰਵਾਜ਼ਾ ਖੜਕਾਇਆ ਹਮਸਾਇਆਂ ਦਾ, ਕੋਈ ਇਹਦੀ ਮਦਦ ਨੂੰ ਨਹੀਂ ਆ ਰਿਹਾ। ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਕੀ ਫਾਇਦਾ ਹੋਇਆ ਇੱਥੇ ਨਮਾਜ਼ਾਂ ਪੜ੍ਹਨ ਦਾ ਤੇ ਪੜ੍ਹਾਉਣ ਦਾ ਤੇ ਤੁਹਾਡੇ ਲੋਕਾਂ ਦੇ ਰਹਿਣ ਦਾ। ਤੇ ਮੈਨੂੰ ਤੁਸੀਂ ਇਸ ਚੀਜ਼ ਦਾ ਜਵਾਬ ਅੱਜ ਵੀ ਦੇਣਾ ਤੇ ਮੈਂ ਕਿਆਮਤ ਵਾਲੇ ਦਿਨ ਵੀ ਤੁਹਾਡੇ ਕੋਲੋਂ ਗਰੇਬਾਨ ਫੜ ਕੇ ਤੁਹਾਡਾ ਮੈਂ ਇਹ ਜਵਾਬ ਪੁੱਛਾਂਗਾ ਕਿ ਇਹ ਮਸਜਿਦਾਂ ਇਸ ਵਾਸਤੇ ਨੇ ਕਿ ਤੁਸੀਂ ਹੋਰ ਕੁਝ ਨਹੀਂ ਤੇ ਕਮ ਸੇ ਕਮ ਜਿਹੜਾ ਮਰ ਜਾਵੇ ਉਹਦੇ ਕਫਨ ਦਫਨ ਦਾ ਬੰਦੋਬਸਤ ਮਸਜਿਦ ਕਰੋ। ਬਿਲਕੁਲ। ਇਹ ਤੁਹਾਡੀ ਨਹੀਂ, ਵੈਸੇ ਜ਼ਿੰਮੇਵਾਰੀ ਹੈ। ਇੱਥੇ ਮੈਂ ਤੁਹਾਨੂੰ ਟੋਕ ਰਿਹਾ, ਜਨਰਲ ਨਿਆਜ਼ੀ ਇਹ ਜਿਹੜਾ ਬੜਾ ਬਣਿਆ ਫਿਰਦਾ ਤੁਰੇ ਖਾਨ ਸ਼ੇਰੇ ਬੰਗਾਲ ਤੇ ਇਹ ਜਨਾਬ ਜਨਰਲ ਨਿਆਜ਼ੀ ਨੂੰ ਜਦੋਂ ਲਿਆਂਦਾ ਕੋਈ ਨਵਾਨ ਵਾਲਾ ਨਹੀਂ ਸੀ ਸਾਡੀ ਮਸਜਿਦ 'ਚ। ਹਾਂਜੀ। ਉਹ ਮੇਰਾ ਬੇਨੋਈ ਹੁਣ ਫੌਤ ਹੋ ਗਏ ਨੇ, ਉਹਨੇ ਬੱਚੇ ਨੂੰ ਕਿਹਾ ਸ਼ਰਮ ਕਰ ਨਵਾਓ ਇਹਨਾਂ ਨੂੰ, ਚਲੋ ਆਓ ਮੈਂ ਦੱਸ ਹਾਲਾਂਕਿ ਨਵਾਉਣ ਦਾ ਇਹ ਕੀ ਜਿਹੜਾ ਤਰੀਕਾ। ਕੰਮ ਹੈ ਨਾ, ਇਹ ਜਨਰਲ ਤਾਂ ਡਾਇਰੈਕਟ ਨਿਆਜ਼ੀ। ਮਸਜਿਦ ਨਾਲ ਰਿਲੇਟਡ ਹੈ ਸਰ ਜੀ, ਕਫਨ ਦਫਨ ਦਾ। ਹਾਂ, ਯੈਸ ਮਸਜਿਦ ਨਾਲ ਰਿਲੇਟਡ ਠੀਕ ਹੈ ਨਾ। ਦੇਖੋ ਕੋਈ ਲੋਕ ਨੇ ਸਾਬੇ ਸਰਵਤ ਨੇ, ਉਹ ਆਪਣਾ ਕਫਨ ਦਫਨ ਦਾ ਘਰ ਇੰਤਜ਼ਾਮ ਕਰ ਲੈਂਦੇ ਨੇ, ਆਪ ਦਫਨਾ ਦਿੰਦੇ ਨੇ, ਆਪ ਧੁਲਾ ਦਿੰਦੇ ਨੇ, ਜਾਂ ਕਿਸੇ ਨੂੰ ਨਹੀਂ, ਮੰਗਾ ਲੈਂਦੇ ਨੇ, ਧੁਲਾਈ ਵਾਲੇ ਨੂੰ ਪੈਸੇ ਦੇ ਦਿੰਦੇ ਨੇ। ਮੇਰੇ ਬੈਨੋਈ ਨੇ ਮਾਡਲ ਟਾਊਨ ਟਰਸਟ ਬਣਾਇਆ ਇਹ ਕਬਰ ਦਾ ਹੀ ਔਰ ਕਫਨ ਦਫਨ ਦਾ। ਯਾਰ ਇਹ ਜਸਟਿਸ ਇਜਾਜ਼ੁਲ ਹਸਨ ਵੱਡੇ ਵੱਡੇ ਲੋਕ ਕਿੰਨਾ ਸ਼ੁਕਰੀਆ ਅਦਾ ਕਰਨ, ਔਰ ਨਾ ਇਹ ਗਰੀਬ ਤੇ ਖੈਰ ਕਿਸੇ ਖਾਤੇ 'ਚ ਨਹੀਂ, ਅਮੀਰ ਵੀ ਇਸ ਮਸਲੇ 'ਚ ਪਰੇਸ਼ਾਨ ਨੇ। ਹਾਂ, ਅੱਛਾ, ਮੈਂ ਫਿਰ ਅਰਜ਼ ਸੁਣਾ ਰਿਹਾ ਤੁਹਾਨੂੰ ਅੱਗੇ ਕੀ ਹੋਇਆ। ਉਹ ਇਮਾਮ ਸਾਹਿਬ ਕੋਈ ਅੱਲਾ ਦੇ ਬੜੇ ਕੋਈ ਨੇਕ ਬੰਦੇ ਸਨ, ਬਜ਼ੁਰਗ ਸਨ, ਹੁਣ ਨਹੀਂ ਹੈਗੇ ਉਸ ਮਸਜਿਦ ਵਿੱਚ, ਹੁਣ ਕੋਈ ਨੌਜਵਾਨ ਆਇਆ ਦਾ। ਅੱਛਾ, ਉਹਨਾਂ ਨੇ ਮੇਰੀ ਗੱਲ ਸੁਣੀ। ਮੇਰਾ ਜਦੋਂ ਉਹ ਬੱਚੀ ਉੱਥੇ ਪਹੁੰਚੀ, ਕਾਲ ਕੱਟੀ ਗਈ ਤੇ ਉਹ ਘਬਰਾਈ ਹੋਈ ਸੀ। ਉਹਨੇ ਸਾਰਾ ਮਸਲਾ ਦੱਸਿਆ ਹੈ, ਮੇਰੀ ਖਾਲਾ ਫੌਤ ਹੋ ਗਈ ਹੈ। ਅੱਛਾ, ਤੇ ਤਾਂ ਉਹ ਮਸਜਿਦ ਵਾਲਿਆਂ ਨੂੰ ਪਤਾ ਲੱਗਾ, ਤਾਂ ਉਹਨਾਂ ਨੇ ਉਹਦੀ ਫੌਤਗੀ ਦਾ ਐਲਾਨ ਵੀ ਕੀਤਾ ਜਮਾਤ ਦਾ। ਲੇਕਿਨ ਉਹਨੇ ਕਿਹਾ ਬੱਚੇ ਤੂੰ ਆਈ ਕਿਉਂ? ਉਹਨੇ ਕਿਹਾ ਜੀ ਮੇਰੇ ਬਾਪ ਨੇ ਮੈਨੂੰ, ਉਹ ਬਾਪ ਹੀ ਕਹਿੰਦੀ ਹੈ ਇਹਨਾਂ ਨੇ ਤੁਹਾਨੂੰ ਗੱਲ ਕਰਨੀ ਹੈ, ਫੋਨ ਤੇ ਗੱਲ ਕਰੋ। ਉਹਦੇ ਜਾਣੋ ਫੋਨ ਮੇਰਾ ਕਨੈਕਟਡ ਹੈ ਹਜੇ, ਉਹ ਇੰਨੀ ਬਦਵਾਸ ਹੋਈ ਦੀ ਹੈ। ਉਹਨੇ ਜਦੋਂ ਫੋਨ ਉਹਦੇ ਕੰਨ ਨੂੰ ਲਾਇਆ ਤੇ ਉਹਨੂੰ ਪਤਾ ਲੱਗਾ ਇਹ ਤਾਂ ਬੰਦ ਹੋਇਆ, ਤੇ ਉਹਨੂੰ ਨਜ਼ਰ ਆ ਗਿਆ ਮੇਰਾ ਮੈਸੇਜ ਕੋਈ ਆਇਆ। ਉਹਨੇ ਮੈਸੇਜ ਪਲੇ ਕੀਤਾ ਇਮਾਮ ਮਸਜਿਦ ਨੇ। ਉਹ ਜਦੋਂ ਮੈਸੇਜ ਪਲੇ ਹੋਇਆ ਨਾ, ਤੇ ਮੇਰਾ ਜਿਸ ਗੁੱਸੇ ਜਿਹੜੇ ਜਲਾਲੀ ਅੰਦਾਜ਼ ਮੈਂ ਮੈਸੇਜ ਕੀਤਾ ਸੀ ਨਾ, ਉਹ ਇਮਾਮ ਸਾਹਿਬ ਦੇ ਦਿਲ ਨੂੰ ਫੜ ਗਿਆ। ਉਹ ਕਹਿੰਦੀ ਹੈ ਕਿ ਤੁਸੀਂ ਪਤਾ ਨਹੀਂ ਕੀ ਮੈਸੇਜ ਕੀਤਾ। ਉਹ ਮੈਸੇਜ ਸੁਣ ਕੇ ਰੋਣ ਲੱਗ ਪਏ।
ਕਹਿੰਦੇ ਪੁੱਤਰ ਤੂੰ ਫਿਕਰ ਨਾ ਕਰ, ਇਹ ਮੇਰੀ ਗਲਤੀ ਹੈ, ਇਹ ਸਾਡੀ ਗਲਤੀ ਹੈ, ਤੂੰ ਚੁੱਪ ਕਰਕੇ ਘਰ ਚਲੀ ਜਾ, ਇਹ ਸਾਰਾ ਬੰਦੋਬਸਤ ਅਸੀਂ ਕਰਾਂਗੇ। ਯੈਸ ਯੈਸ ਯੈਸ। ਤੇ ਕਹਿੰਦੇ ਇਹ ਸਾਡਾ ਹੁਣ ਕੰਮ ਨੇ ਕੀ ਹੋਇਆ ਸੀ, ਹੁਣ ਨੇ ਹੈ। ਹਾਂਜੀ। ਇਮਾਮ ਜਿਹੜਾ ਹੈ ਹੀ ਵਾਸਨਟ ਸਪੋਰਟਿੰਗ। ਅੱਛਾ ਹਾਂ, ਤੇ ਇਹ ਉਹ ਵਿਚਾਰਾ ਬੰਦਾ ਚੰਗਾ ਸੀ, ਚਲੋ ਜੀ ਉਹ ਵਾਪਸ ਆਇਆ, ਉਹਨੇ ਕਫਨ ਦਫਨ ਦਾ ਬੰਦੋਬਸਤ ਕੀਤਾ, ਸਾਰਾ ਕੁਝ ਕੀਤਾ, ਦੂਜੇ ਸਮਝ ਦਿਨ ਗਿਆ ਖਵਾਇਆ ਪਿਲਾਇਆ ਵੀ ਲੋਕਾਂ ਨੂੰ, ਜੋ ਕੁਝ ਵੀ ਆ ਉਹਨੇ ਕੀਤਾ। ਇਹ ਵਿਚਾਰੀ ਮੈਨੂੰ ਦੁਆਵਾਂ ਦਿੰਦੀ, ਕਹਿੰਦੇ ਆਪਨੇ ਤਾਂ ਮੇਰੀ ਇਤਨੀ ਬੜੀ ਮੁਸ਼ਕਿਲ ਹੱਲ ਕਰਤੀ, ਮੇਰਾ ਤਾਂ ਹਾਰਟ ਫੇਲ ਹੋਣ ਲੱਗਾ ਸੀ, ਮੈਂ ਕੀ ਕਰਾਂ। ਮੈਂ ਕਿਹਾ ਕੋਈ ਗੱਲ ਨਹੀਂ, ਐਵੇਂ ਗੱਲ ਕਰਨੀ ਪੈਂਦੀ ਮਾਸ਼ਰੇ ਦੇ ਵਿੱਚ, ਐਵੇਂ ਹਮਸਾਇਆਂ ਨੂੰ ਝੰਜੋੜਨਾ ਪੈਂਦਾ, ਐਵੇਂ ਨੇਕ ਬੰਦਿਆਂ ਨੂੰ ਵੀ ਝੰਜੋੜਨਾ ਪੈਂਦਾ ਬਾਜ਼ ਔਕਾਤ। ਅੱਛਾ ਹੁਣ ਮੈਂ ਉਹਨੂੰ ਮੈਸੇਜ ਕੀਤਾ ਇਸ ਦਫਾ, ਔਰ ਇਮਾਮ ਮਸਜਿਦ ਗਈ ਆ, ਕਹਿੰਦੀ ਹੈ ਜੀ ਉਹ ਆਪ ਤਾਂ ਤੁਰ ਨਹੀਂ ਸਕਦੀ, ਕਿਸੇ ਨੂੰ ਭੇਜਿਆ ਸੋਨੇ ਮੋਬਾਈਲ ਦੇ ਕੇ ਕਿ ਇਹਨਾਂ ਨਾਲ ਤੁਸੀਂ ਗੱਲ ਕਰ ਲਓ। ਉੱਥੋਂ ਜਵਾਬ ਇਹ ਆਇਆ, ਉਹ ਇਮਾਮ ਮਸਜਿਦ ਕੋਈ ਨਵਾਂ ਮੁੰਡਾ ਆਇਆ ਕਾਰੀ ਸਾਹਿਬ, ਤੇ ਉਹ ਕਹਿੰਦਾ ਜੀ ਹਮ ਇਸੇ ਕਿਸसे बात करें, हम तो इनको नहीं जानते। ਹੁਣ ਇਹ ਦੱਸੋ, ਇਹ ਹਾਲ ਹੈ ਹੁਣ ਸਾਡੀ ਯੰਗ ਜਨਰੇਸ਼ਨ ਤੇ ਮੁਫਤੀਆਂ ਦਾ। ਹਾਲਾਂਕਿ ਮੇਰੇ ਕੋਲ ਇੱਕ ਮੈਂ ਹੁਣ ਇਸ ਵਾਸਤੇ ਲੋਕਾਂ ਨੂੰ ਇਹ ਕੀਤਾ ਸੀ ਕਿ ਵੀ ਤੁਸੀਂ ਪਹਿਲੇ ਮੇਰੀ ਗੱਲ ਸੁਣੋ, ਇਹ ਮਸਜਿਦ ਦਾ ਤਾਲੁਕ ਮੈਂ ਇਸ ਵਾਸਤੇ ਸਾਬਤ ਕਰਨਾ ਕਿ ਤੁਸੀਂ ਇਹੀ ਮਸਜਿਦਾਂ ਅੱਜ ਮੇਰੇ ਇਖਤਿਆਰੇ ਦੇ ਦਿਓ ਨਾ। ਮੇਰੀ ਗੱਲ ਸੁਣੋ, ਇਹ ਇਮਾਮ ਮੇਰੀ ਗੱਲ ਮੰਨਣ ਲੱਗ ਪੈਣ ਨਾ, ਅਸੀਂ ਇਹਨਾਂ ਮਸਜਿਦਾਂ ਤੋਂ ਹੀ ਫਲਾਹ ਬਹਿਬੂਦ ਦਾ ਬੁਨਿਆਦੀ ਇਦਾਰਾ ਐਸਾ ਖੜਾ ਕਰੀਏ ਕਿ ਹਕੂਮਤਾਂ ਦੀ ਲੋੜ ਨਾ ਪਵੇ ਸਾਨੂੰ। ਨਹੀਂ, ਉਹ ਤੁਹਾਡਾ ਆਈਡੀਆ ਮੈਨੂੰ ਇੰਨਾ ਪਸੰਦ ਆਇਆ ਸੀ, ਮੈਂ ਆਪਣੇ 1-2 ਦਿਨ ਬਾਅਦ ਤੋਂ ਵੀਲੌਗਸ 'ਚ ਵੀ ਕੀਤਾ। ਯੈਸ ਦੈਟ ਇਜ਼ ਦ ਸੋਲੂਸ਼ਨ। ਲੇਕਿਨ ਇਹਨੂੰ ਦੇਖੋ, ਤੁਹਾਨੂੰ ਕਈ ਲੋਕ, ਮੈਂ ਦੇਖਿਆ ਕਿ 2 ਕਿਸਮ ਦੇ ਉਹਦੇ ਤੇ ਕਮੈਂਟ ਸੀ। ਇੱਕ ਲੜਕੀ ਤੋਂ ਚਸਕੇ ਲੈਣ ਵਾਲਿਆਂ ਦਾ ਐਡਰੈਸ ਬਤਾਏ ਹमें, ਇੱਕ ਡਾਕਟਰ ਨੇ MBBS ਐਡਰੈਸ ਬਤਾਏ। ਮੈਂ ਕਿਹਾ ਚਲੋ ਉਹਦੀ ਮਦਦ ਹੋ ਗਈ ਹੈ, ਤੂੰ ਇੱਥੇ ਮਦਦ ਕਰ। ਉਹਨੇ ਉੱਥੇ ਨਹੀਂ ਕੀਤੀ ਮਦਦ, ਠੀਕ ਹੈ ਜੀ। अच्छा, दूसरे कि जी वो मौलवी का क्या काम है, मौलवी ने तो ऐसी किंग बनाया हुआ, मौलवी ने तो सानू जन्नत दवानी है, ठीक है जी। ਇਹ ਤੇ ਮੌਲਵੀ ਤੇ ਮੌਲਵੀ, ਜੰਨਤ ਅੱਛਾ ਨਹੀਂ ਰੱਖੇ ਮੌਲਵੀ ਹੈ। ਵਿਚਾਰੇ ਨੂੰ ਵੀ ਤਕਰੀਰਾਂ ਤੇ ਲਾਇਆ ਪਿਆ, ਔਰ ਹਾਂ ਮੌਲਵੀਆਂ ਤੇ ਵੀ ਜ਼ੁਲਮ ਹੋਇਆ ਦਾ, ਆਈ ਨੋ। ਬਿਲਕੁਲ ਬਿਲकुल। ਲੇਕਿਨ ਅਸੀਂ ਸਾਰੀ ਚੀਜ਼ ਨੂੰ ਐਡਰੈਸ ਕਰਨ ਦਾ ਮੇਰੇ ਕੋਲ ਫਾਰਮੂਲਾ ਹੈ, ਤੁਸੀਂ ਆਓ ਮੇਰੇ ਨਾਲ ਰਲੋ, ਮੈਂ ਠੀਕ ਕਰਕੇ ਦੱਸਣਾ ਤੁਹਾਨੂੰ ਮਸਜਿਦਾਂ। ਬਲਕਿ ਮੈਂ ਇਮਰਾਨ ਖਾਨ ਨੂੰ ਸਭ ਤੋਂ ਪਹਿਲਾ ਮਸ਼ਵਰਾ ਜਿਹੜਾ ਇਹ ਲਿਖ ਕੇ ਭੇਜਿਆ ਸੀ, ਜਦੋਂ ਉਹਦਾ ਮੋਬਾਈਲ ਨੰਬਰ ਵੀ ਮੇਰੇ ਕੋਲ ਉਹਨੇ ਮੈਨੂੰ ਦਿੱਤਾ ਹੋਇਆ ਸੀ, ਜਦੋਂ ਇੰਨਾ ਮਸ਼ਹੂਰ ਨਹੀਂ ਸੀ ਤੇ ਇੰਨਾ ਆਕੜਬਾਜ਼ ਨਹੀਂ ਸੀ ਹੋਇਆ ਹਜੇ, ਉਦੋਂ ਇਹਨੂੰ ਵਜ਼ੀਰ ਆਲਾਸ਼ਿਪ ਨਹੀਂ ਸੀ ਮਿਲੀ KPK ਦੀ, ਤੇ ਵਜ਼ੀਰ ਆਜ਼ਮ ਨਹੀਂ ਸੀ ਬਣਿਆ ਉਦੋਂ ਬਾਅਦ। ਉਦੋਂ ਮੇਰੇ ਨਾਲ ਰਾਬਤੇ 'ਚ ਰਹਿੰਦਾ ਸੀ, ਮੈਂ ਉਹਨੂੰ ਲਿਖਿਆ ਸੀ, ਮੈਂ ਕਿਹਾ ਜਿਸ ਦਿਨ ਇਕਤਦਾਰ 'ਚ ਆਏ ਨਾ, ਸਭ ਤੋਂ ਪਹਿਲੇ ਮਸਜਿਦਾਂ ਠੀਕ ਕਰੀ, ਔਰ ਅਗਰ ਕਰਵਾਉਣੀਆਂ ਹੋਣਗੀਆਂ ਤਾਂ ਮੈਨੂੰ ਸੱਦ ਲਈ, ਮੈਂ ਤੈਨੂੰ ਠੀਕ ਕਰਕੇ ਦਿਆਂਗਾ। ਐਗਜ਼ੈਕਟਲੀ, ਬਿਲਕੁਲ ਜੀ। ਤੇ ਹੁਣ ਅੱਗੇ, ਅੱਛਾ ਹੁਣ ਉਹਦਾ ਮਸਲਾ ਹੱਲ ਹੋ ਗਿਆ ਵੇ ਲੜਕੀ ਦਾ? ਨਹੀਂ, ਉਹ ਮਸਲਾ ਤਾਂ ਚੱਲ ਰਿਹਾ, ਲੇਕਿਨ ਉਹ ਹਾਂ, ਇੱਕ ਡਾਕਟਰ ਘੁੰਮਣ ਸਾਹਿਬ ਨੇ ਜਿਨ੍ਹਾਂ ਦਾ ਨੰਬਰ ਤੁਸੀਂ ਮੈਨੂੰ ਦਿੱਤਾ ਸੀ, ਉਹਨਾਂ ਨੇ ਮੇਰੇ ਨਾਲ ਰਾਬਤਾ ਕੀਤਾ। ਉਹਨਾਂ ਨੇ ਕਿਹਾ ਜੀ ਮੇਰਾ ਭਾਈ ਸਿਆਲਕੋਟ 'ਚ ਰਹਿੰਦਾ ਹੈ, ਮੈਂ ਉਸਦੇ ਜ਼ਿੰਮੇ ਲਾਣਾ, ਉਹ ਜਾਏਗਾ ਮੌਕੇ ਤੇ ਇਹਨਾਂ ਦੇ ਘਰ ਜਾਏਗਾ, ਤਸੱਲੀ ਕਰੇਗਾ, ਅਗਰ ਕੋਈ ਵੀ ਜ਼ਰੂਰਤ ਹੈ ਕੋਈ ਉਹਨਾਂ ਦੀ ਮਦਦ ਦੀ ਅਸੀਂ ਕਰਾਂਗੇ। ਕੀਤੀ ਉਹਨੇ ਭਾਈ ਨੇ ਜਾ ਕੇ? ਅੱਛਾ ਹੁਣ ਇੱਥੇ ਇੱਕ ਹੋਰ ਅਲਮੀਆ ਸੁਣ ਲਓ, ਇੱਕ ਹੋਰ ਨਵਾਂ ਅਲਮੀਆ ਸਟਾਰਟ ਹੋ ਜਾਂਦਾ, ਜਿਹੜਾ ਸਾਡਾ ਮੌਲਵੀਆਂ ਨੇ ਤੇ ਸਾਡੇ ਮੁਆਸ਼ਰੇ ਨੇ ਬਿਲਡ ਅਪ ਕੀਤਾ ਪਿਆ। ਹੁਣ ਉਹ ਘਰ ਦੇ ਵਿੱਚ ਉਸ ਬੱਚੀ ਨੂੰ ਜਦੋਂ ਮੈਂ ਮੈਸੇਜ ਦਿੱਤਾ, ਮੈਂ ਕਿਹਾ ਐਵੇਂ ਇੱਕ ਅੱਲਾ ਦੇ ਨੇਕ ਬੰਦੇ ਨੇ ਡਾਕਟਰ ਸਾਹਿਬ, ਉਹ ਆਪਣੇ ਭਾਈ ਨੂੰ ਭੇਜਣਗੇ। ਉਹਦੀ ਕਿਤੇ ਉਹ ਜਿਹੜੀ ਜ਼ਈਫ ਵਾਲਦਾ ਹੈ ਨਾ, 80-85 ਸਾਲ ਦੀ, ਜਿਹੜੀ ਮੂੰਹ ਬੋਲ ਵੀ ਨਹੀਂ ਸਕਦੀ, ਫਾਲਜ ਦਾ ਉਹਨੂੰ ਅਟੈਕ ਹੋਇਆ ਦਾ, ਸ਼ੂਗਰ ਦੀ ਉਹ ਮਰੀਜ਼ ਹੈ, ਉਹ ਘਬਰਾ ਕੇ ਰੌਲਾ ਪਾਉਣ ਲੱਗ ਪਈ ਕਿ ਨਾ ਸਾਡੇ ਘਰ ਕੋਈ ਬੰਦਾ ਨਾ ਭੇਜਿਆ ਜੀ। ਪੁੱਤਰ ਪਿਛਲੇ ਸਾਲ ਉਹ ਤੇ ਤੁਸੀਂ ਕਿਹਾ ਮਰ ਗਈ ਸੀ? ਉਹ ਖਾਲਾ ਸੀ ਉਹਦੀ, ਇਹ ਮਾਂ ਹੈ ਇਹਦੀ ਜਿਹੜੀ ਹੁਣ ਜ਼ਿੰਦਾ ਹੈ ਹਜੇ। ਨਹੀਂ, ਇਹ ਬੜਾ ਉਹਨਾਂ ਨੇ ਵੀ ਸਭ ਤੋਂ ਪਹਿਲਾਂ ਇਹ ਕਿਹਾ ਸੀ, ਉਹ ਯਤੀਮ ਉਹ ਖਾਲਾ ਸੀ ਇਹਦੀ। ਸਾਡੇ ਘਰ ਕੋਈ ਮਰਦ ਨਾ ਭੇਜਣਾ। ਉਹ ਤੇ ਸ਼ੁਕਰ ਹੈ ਉਹਨਾਂ ਦੇ ਉਹ ਟੈਨੈਂਟ ਐਸੇ ਸੀ, ਉਹ ਉਹਨਾਂ ਲੈਂਡਲੋਰਡ, ਉਹਨਾਂ ਦੇ ਥਰੂ ਰਾਬਤਾ ਹੋ ਕੇ ਬੜਾ ਅੱਛਾ ਵੈਰੀਫਿਕੇਸ਼ਨ ਵੀ ਹੋ ਗਈ। ਇੱਕ ਜਰਨਲਿਸਟ ਮੀਆਂ ਗਫਾਰ ਸਾਹਿਬ ਨੇ ਵੈਰੀਫਿਕੇਸ਼ਨ ਵੀ ਕਰਾਤੀ, ਤੇ ਅੱਛਾ ਫਿਰ ਉਹ ਨਹੀਂ ਜਾ ਸਕੇ। ਅੱਛਾ ਉਹ ਮਸਲਾ ਹਾਂ, ਹੁਣ ਇਹ ਅਲਮੀਆ ਇਹ ਵੀ ਹੁਣ ਅਸਾਂ ਇਹ ਉਹਦੇ ਵਾਲਦ ਜਿਹੜਾ ਉਹ ਵੀ ਇਮਾਮ ਮਸਜਿਦ ਸੀ ਕਿਤੇ, ਇਹਦਾ ਵਾਲਦ ਵੀ ਜਿਹੜੀ ਬੱਚੀ ਹੈ ਨਾ, ਤੇ ਉਹਦਾ ਜਿਹੜਾ ਅੱਛਾ ਹੁਣ ਉਹ ਜਿਹੜੀ ਮਾਂ ਵਾਲਦਾ ਹੈ ਨਾ ਬਿਮਾਰ, ਉਹ ਵੀ FA ਪਾਸ ਹੈ ਆਪਣੇ ਪੁਰਾਣੇ ਦੌਰ ਦੀ, ਠੀਕ ਹੈ, ਪੜ੍ਹੀ ਲਿਖੀ ਹੈ। ਅੱਛਾ ਸਿਆਲਕੋਟ ਸਿਟੀ 'ਚ ਰਹਿੰਦੇ ਆ? ਸਿਆਲਕੋਟ ਸਿਟੀ 'ਚ ਰਹਿੰਦੇ ਨੇ। ਕਮਾਲ ਹੈ ਯਾਰ। ਅੱਛਾ ਪੜ੍ਹੀ ਲਿਖੀ ਹੈ, ਤੇ ਲੇਕਿਨ ਉਹਨੂੰ ਤਰਬੀਅਤ ਐਸੀ ਦਿੱਤੀ ਹੋਈ ਮੌਲਵੀ ਸਾਹਿਬ ਨੇ ਕਿ ਬਈ ਗੈਰ ਮਰਦ ਇਹ ਉਹ ਪਤਾ ਨਹੀਂ ਕੀ ਬਲਾ ਬਲਾ ਪਟਰਮ। ਅੱਛਾ ਉਹਨੇ ਜਨਾਬ ਰੌਲਾ ਪਾ ਦਿੱਤਾ। ਇਹ ਗੈਰ ਮਰਦ ਨੂੰ ਓਵਰਸੀਜ਼ ਹੋਏ ਤੇ ਫੋਨ ਚੁੱਕ ਕੇ ਗੱਲ ਕਰ ਲੈਂਦੀਆਂ ਕਿ ਜੀ ਮੈਂ ਬੱਚੇ ਨੂੰ ਮੈਂ ਹੁਣ ਅੱਛਾ ਹੁਣ ਉਹ ਮਸਾਇਲੇ 'ਚ ਪਈ ਹੋਈ, ਮੈਂ ਕਿਹਾ ਇਹ ਨੁਕਤੇ ਮੈਂ ਤੈਨੂੰ ਉਦੋਂ ਸਮਝਾਵਾਂ ਜਦੋਂ ਤੂੰ ਕਿਤੇ ਆਰਾਮ ਨਾਲ ਬੈਠੀ ਹੋਵੇਂ, ਸਕੂਨ ਨਾਲ ਗੱਲ ਸੁਣਨ ਦੀ ਪੋਜੀਸ਼ਨ ਵਿੱਚ ਹੋਵੇਂ, ਤੇ ਮੈਂ ਤੈਨੂੰ ਇਹ ਨੁਕਤੇ ਵੀ ਸਮਝਾਵਾਂ ਕਿ ਇਹ ਪਰਦੇ ਦੀ ਜ਼ਿੰਮੇਵਾਰੀ ਤੁਹਾਡੀ ਨਹੀਂ ਹੈਗੀ, ਤੁਹਾਡੇ ਤੇ ਪਰਦਾ ਵਾਜਬ ਨਹੀਂ ਹੈਗਾ।
ਇਸਲਾਮ ਵੈਸੇ ਤੁਹਾਨੂੰ ਉਹ ਮੌਲਵੀ ਨੇ ਗਲਤ ਡਾਕਟਰ ਪੜਾਇਆ ਹੋਇਆ। ਘੁੰਮਣ ਦਾ ਕੋਈ ਠਰਕੀ ਪ੍ਰੋਗਰਾਮ ਹੀ ਸੀ, ਹਾਂ ਉਹਨੂੰ ਮੈਂ ਉਹ ਸਪੋਰਟ ਦੂਸਰੀ ਲਈ ਕਿਹਾ। ਅਵਲ ਤੇਰਾ ਭਾਈ ਡਾਕਟਰ ਥੋੜੀ, ਉਹਦਾ ਭਾਈ ਡਾਕਟਰ ਸੀ ਜਿਹਨੂੰ ਉਹ ਭੇਜਣਾ ਚਾਹੁੰਦਾ ਸੀ। ਕਿਹੜਾ? ਉਹ ਡਾਕਟਰ ਘੁੰਮਣ ਕਹਿੰਦਾ ਸੀ ਨਹੀਂ ਨਾ ਨਹੀਂ, ਮੇਰਾ ਉਹਦਾ ਭਾਈ। ਭਾਈ ਜਿਹੜਾ ਨਾ ਉਹ ਉੱਥੇ ਕਿਤੇ ਰਹਿੰਦੇ ਨੇ, ਉਹ ਆਪ ਡਾਕਟਰ ਨਹੀਂ ਸਾਹਿਬ ਨੇ ਤੇ ਆਪ ਰਹਿਣ। ਅਮਰੀਕਾ 'ਚ ਹੁੰਦੇ ਨੇ ਕਿਤੇ। ਅੱਛਾ। ਨਹੀਂ ਉਹ ਹਾਂ ਘੁੰਮਣ ਵੀ ਐਵੇਂ ਫਜ਼ੂਲ ਹੈ, ਹਾਂ, ਸਾਰੇ ਲੇਕਿਨ ਉਹ ਫਿਰ ਤਮਾਸ਼ਬੀਨ ਮੈਂ ਨੇ। ਫਿਰ ਮੈਂ ਜਦੋਂ ਉਹਨਾਂ ਨੂੰ, ਅੱਛਾ ਫਿਰ ਮੈਂ ਉਹਦੀ ਵਾਲਦਾ ਨੇ ਜੀ ਮਨਾ ਕਰ ਦਿੱਤਾ। ਹੁਣ ਉਹ ਬੱਚੀ ਰੋਈ ਜਾਵੇ ਵਾਲਦਾ ਦੀ ਹੂੰ, ਹਾਲਤ ਵੇਖ ਕੇ ਤੇ ਆਪਣੇ ਹਾਲਾਤ ਵੇਖ ਕੇ। ਬੱਚੀ ਹੂੰ। ਨੂੰ ਇਤਰਾਜ਼ ਨਹੀਂ ਹੈ, ਉਹ ਕਹਿੰਦੀ ਜੀ ਅਬੂ ਭੇਜ ਦਿਓ ਜਿਹਨੂੰ ਵੀ ਭੇਜਣਾ ਤੁਸੀਂ, ਉਹ ਆ ਕੇ ਤਸੱਲੀ ਕਰ ਲਵੇ। ਹੁਣ ਵਾਲਦਾ ਨਹੀਂ ਮੰਨ ਰਹੀ, ਫਿਰ ਮੈਨੂੰ ਵਾਲਦਾ ਨਾਲ ਗੁੱਸੇ ਹੋਣਾ ਪਿਆ ਹਾਂ, ਕਿ ਤੁਹਾਨੂੰ ਕਿਹੜਾ ਇਸਲਾਮ ਐਸਾ ਕਿਸੇ ਨੇ ਦੱਸ ਦਿੱਤਾ ਹੈ ਕਿ ਜਿਹੜਾ ਤੁਹਾਡੇ ਘਰ ਬੰਦਾ ਕੋਈ ਨਹੀਂ ਆ ਸਕਦਾ ਔਰ ਕਿੰਨਾ ਪੁੱਛਣ। ਮੁਸ਼ਕਲ ਹੈ ਮਦਦ ਕਰਨਾ, ਕਿੰਨਾ ਕਿੰਨਾ ਮੁਸ਼ਕਲ। ਮੁਸ਼ਕਲ ਹੈ। ਮਦਦ ਵੀ ਤੁਹਾਡੀ ਕਰ ਰਹੇ ਆ, ਮਿੰਨਤਾਂ ਵੀ ਤੁਹਾਡੀਆਂ ਕਰ ਰਹੇ ਆ, ਹਾਂ ਸਿਰ ਵੀ ਬਿਲ ਤੁਹਾਡੇ ਨਾਲ ਫੋੜ ਰਹੇ ਆ। ਸਾਨੂੰ ਬਿਲ ਕੋਈ ਇੱਕ ਅਲਮੀਆਂ ਨਹੀਂ ਹੈ, ਸਾਨੂੰ ਬੜੇ ਮਲਮੀਆਂ ਨੇ। ਸਾਡੇ ਮਜ਼ਲੂਮ ਨਾਲ ਬਹੁਤ ਸਾਰੇ ਜ਼ੁਲਮ ਹੋਏ ਦੇ ਨੇ, ਉਹਨਾਂ ਨੂੰ ਜਹਾਲਤ ਦੀ ਤਰੀਕਿਆਂ 'ਚ ਪਾ ਕੇ। ਅੱਛਾ ਨਹੀਂ, ਇਹਨੂੰ ਕਨਕਲੂਡ ਕਰ ਲੈਂਦੇ ਆ ਕਿ ਯੈਸ ਤੁਸੀਂ ਠੀਕ ਕਿਹਾ, ਲੇਕਿਨ ਮੈਨੂੰ ਇਹ ਜਿਹੜਾ ਉਹਦੇ ਚ ਇਹਦੇ ਚ ਉਹ ਕੋਈ ਠਰਕੀ ਐਲੀਮੈਂਟ ਨਜ਼ਰ ਆਇਆ, ਮੈਂ ਉਹਦੇ ਤੇ ਬਹੁਤ ਠਰਕੀ ਅਪਸੈਟ ਐਲੀਮੈਂਟ ਹਾਂ। ਤੋਂ ਇਲਾਵਾ ਬਾਕੀ ਹੁਣ ਅਗਰ ਤੁਸੀਂ ਕੋਈ ਕਹਿੰਦੇ ਹੋ ਨਾ ਇਹ 15 ਪੁਆਇੰਟ ਕਿ ਵੀ 20 ਨੇ ਮੇਰੇ ਤੋਂ ਐਡਰੈਸ ਪੁੱਛਿਆ ਵਾਈ। ਹਾਂ ਹਾਂਜੀ। ਬਈ ਤਮਾਸ਼ਬੀਨ ਨੇ ਨਾ ਸਰ, ਤਮਾਸ਼ਬੀਨ ਨੇ ਤਮਾਸ਼ਬੀਨ। ਵੀ ਅਮਲੀ ਕੋਈ ਕੰਮ ਕਰਨਾ ਤੇ ਆਓ ਨਾ ਸਾਡੇ ਨਾਲ, ਕੋਈ ਅੱਗੇ ਮੈਦਾਨ ਬਿਲਕੁਲ। ਤੁਹਾਨੂੰ ਨੋ ਰੋਕਦਾ ਹੀ ਨਹੀਂ ਨੋ ਕੋਈ। ਨੋ ਨੋ, ਉਹ ਤੇ ਕਰਨਾ ਹੀ ਨਹੀਂ। ਅੱਛਾ ਚਲੋ ਹੁਣ ਦੱਸੋ। ਅੱਛਾ ਹੁਣ ਕਨਕਲੂਡ ਇਹ ਹੈ ਕਿ ਵੀ ਇਹ ਜਿਹੜਾ ਨੇ ਸਵਾਲ ਕੀਤਾ ਨਾ ਵੀ ਮਸਜਿਦਾਂ ਦਾ ਕੀ ਤਾਲੁਕ ਹੈ, ਬਈ ਨਹੀਂ ਨਹੀਂ ਮੈਂ ਨਹੀਂ, ਮਸਜਿਦਾਂ ਇਹ ਦਾ ਤੇ ਤੁਹਾਨੂੰ ਇਹ ਟੋਟਲ ਗਲਤ। ਹਾਂ ਮਸਜਿਦਾਂ ਦੀ ਜਿਹੜੀ ਪ੍ਰੈਜ਼ੈਂਟ ਪੋਜੀਸ਼ਨ ਹੈ, ਇਹ ਇਸਲਾਮ ਨੇ ਐਨਵਿਜ਼ਨ ਹੀ ਨਹੀਂ ਕੀਤੀ ਸੀ। ਇਨਵੀਜ਼ਨ ਹੀ ਨਹੀਂ ਕੀਤੀ। ਅੱਛਾ ਇਸਲਾਮ ਨੇ ਬਲਕਿ ਇਸਲਾਮ ਦੇ ਵਿੱਚ ਇਜਤਮਾਈ ਖੁੱਲਾ ਖੁੱਲਾ ਖੁਦ। ਹੁਕਮ ਹੈ ਸੁਣੋ ਇਹੋ ਜਿਹੀਆਂ ਮੇਰੀ ਗੱਲ ਮਸਜਿਦਾਂ ਸਰ। ਢਾਹ ਦਿਓ। ਸਰ ਜੀ ਸਰ ਇਸਲਾਮ ਵਿੱਚ ਖੁੱਲਾ ਖੁੱਲਾ ਇਸਲਾਮ ਹੁਕਮ ਦਾ ਹੈ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸੱਲੱਲਾਹੁ ਦਾ ਅਲੈਹਿ ਵਸੱਲਮ। ਸਭ ਤੋਂ ਪਹਿਲਾ ਔਰ ਵੱਡਾ ਇਕਨੋਮਿਕ ਮਨਸ਼ੂਰ ਸੀ ਇਜਤਮਾਈ ਖੁਦ ਕਫਾਲਤ। ਖੁਦ ਕਫਾਲਤ। ਅੱਛਾ ਇਹ ਕਿਸ ਫਿਰ ਤਰ੍ਹਾਂ ਤੁਸੀਂ ਹੋਏਗੀ? ਦੱਸੋ ਕਿ ਉਹਨਾਂ ਨੇ ਇਹ ਮਨਸ਼ੂਰ ਕਿੱਥੇ ਬਹਿ ਕੇ ਸ਼ੁਰੂ ਕੀਤਾ? ਮਦਨੀ ਹਾਂ ਅੱਛਾ ਸਰ, ਮਸਜਿਦ ਇਜਤਮਾਈ ਨਬਵੀ ਚ ਬੈਠ ਕੇ ਕੰਮ इज्तमाही ਸ਼ੁਰੂ खुद ਕੀਤੇ। कफालत बगैर मस्जिद तो किस तरह हो सकती है, दसो ਕਿਸ मुझे। ਤਰ੍ਹਾਂ ਹੋ ਸਕਦੀ ਹੈ? ਮਸਜਿਦ ਹੀ ਬੁਨਿਆਦੀ ਇਸਲਾਹ ਦਾ ਘਰ ਔਰ ਸੈਂਟਰ बिल्कुल। बनना अच्छा, चाहिए और मसला उत्थे बना हो गया। सकते हैं, मसला भी बना सकते हैं। सर मसला मैं ये कह हो रही हूँ मसला ये हो गया ਜਦੋਂ ਮਹੱਲੇਦਾਰਾਂ ਨੇ ਵੀ ਔਰ ਸਭ ਨੇ ਪੇਡ ਇਮਾਮ ਦੀ ਪੋਜੀਸ਼ਨ ਐਕਸੈਪਟ ਕਰ ਲਈ। एग्जैक्ट कर ली। अच्छा फिर देयर इमामत ने शुड भी नॉट हैव प्रोफेशन बीन अ इख्तियार पेड कर लिया। इमाम। हाँ वो इमामत ने भी प्रोफेशन इख्तियार कर लिया, उन्हें रोजी रोटी कमाने का जरिया बना लिया बिल्कुल इसको। बिल्कुल अच्छा उतों फिर आ गए अपॉर्चुनिस्ट साडे मौलाना फजलुर बिल्कुल रहमान वर्गे ਇਹੋ ਜਿਹੇ ਵੱਡੇ ਵੱਡੇ बिल्कुल ਮੌਲਾਨਾ, ਇਹਨਾਂ ਨੇ ਫਿਰ बिल्कुल ਮਸਜਿਦਾਂ ਖਰੀਦ ਲਈਆਂ। बिल्कुल बिल्कुल। ਇਹਨਾਂ ਨੇ ਫਿਰ ਉੱਥੇ ਮਦਰਸੇ 'ਚ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਉਹ ਉਹ ਸਾਰੇ ਪੇਡ ਬੱਚੇ ਉਹ ਉਹਨਾਂ ਦੇ नहीं ਦੀਨ मदरसे ਦੀ ते ਤਿੱਤਰ ਬਟੇਰ ਬਣਾ ਕੇ बिल्कुल ਉਹਨਾਂ ਨੂੰ ਇਸਤੇਮਾਲ। मदरसे। ਅੱਛਾ ਸਿਆਸੀ ਜਮਾਤਾਂ ਇਹਨਾਂ ਨੂੰ ਇਸਤੇਮਾਲ ਕਰਦੀਆਂ ਨੇ यस यस। ਤੇ ਮਦਰਸੇ ਮਸਜਿਦਾਂ ਹੋ ਦਾ ਗਏ, ਜਿਹੜਾ ਮਸਜਿਦਾਂ ਨਹੀਂ ਅਗਰ ਕਨਸੈਪਟ ਹੈ ਨਾ ਕੰਜਰਖਾਨੇ ਸਰ, ਹੋ ਗਏ, ਮਸਜਿਦਾਂ ਤਾਂ ਹਰੀਆਂ ਹੀ ਨੇ ਨਾ। ਮਦਰਸਿਆਂ ਦਾ ਕਨਸੈਪਟ ਚ ਬੁਨਿਆਦੀ ਫਾਲਟ ਜਿਹੜਾ ਹੈ ਨਾ, ਉਹ ਇਹ ਹੈ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰੈਕਟੀਕਲ ਲਾਈਫ ਲਈ ਪ੍ਰਿਪੇਅਰ ਨਹੀਂ ਕਰਦੇ ਮਦਰਸੇ। ਉਹ ਨਹੀਂ ਜੀ ਕਰਦਾ, ਜੰਨਤ ਸਿਸਟਮ ਨਹੀਂ ਨਾ, ਮਿਲੇਗੀ, ਉਹ ਸਿਸਟਮ ਜੰਨਤ ਨਹੀਂ ਹੈ, ਮਿਲੇਗੀ ਜੀ, ਉਹ ਅਨਪੜ੍ਹ ਕੁਰਾਨ ਮੌਲਵੀ ਦੇ ਪਾ ਹੱਥ ਕੇ 'ਚ। ਫਸ ਕਰ ਲਓ। ਹਾਂ ਹਾਂਜੀ। ਉਤੋਂ ਜਿਹੜੇ ਜਿਹੜੇ ਨੇ ਆਪਣਾ ਇਹ ਲਾਲਚੀ ਸਿਆਸਤਦਾਨ ਮੌਲਵੀ ਬਣ ਕੇ अच्छा, ਸਿਆਸਤਦਾਨ ਬਣੇ ਹੋਏ ਨੇ, ਮੌਲਾਨਾ फिर ਫਜ਼ਲੁਰ मैं ਰਹਿਮਾਨ ਵਰਗੇ। मदरसे दा कॉन्सेप्ट ताहिरुल कादरी दा भी देखा, which was again faultful। सियासी जमात बना ली, एक ਵਾਹ तहरीक बना ली। ਮਤਲਬ ਕਿਤੇ ਨਾ ਕਿਤੇ ਗਲਤੀ ਹੈ ਨਾ ਸਰ ਜੀ, ਸਿੰਪਲ हाँ ਇਹਦੀ ਗੱਲ, नहीं सर, ਸਿੰਪਲ ਮੈਥ ਮੈਨੂੰ दुकानदारी ਦੱਸੋ। दी गलती ਹਾਂ है, बिजनेस बनाने दी ओनू। ਬਿਜ਼ਨਸ हाँ, ਨੀਅਤ ਦੀ ਖੋਟ ਹੈ, ਨੀਅਤ ਦਾ ਖੋਟ ਹੈ ਨਾ ਸਰ it ਜੀ, should not ਮਕਸਦ have ਗਲਤ been ਹੋ ਗਿਆ, business। देखो सर, ਮਕਸਦ ਗਲਤ ਹੋ ਗਿਆ। मैं ਤੁਹਾਡੇ ਸਾਹਮਣੇ ਆ, ਤੁਸੀਂ ਹੋ। ਹੂੰ ਦੇਖੋ ਕੋਈ ਮੈਂ ਕਿਸੇ ਤਰੀਕੇ, ਅਸੀਂ ਦੋਨਾਂ ਨੇ ਰਿਜ਼ਾਈਨ ਕੀਤਾ ਸਿਵਲ ਸਰਵਿਸਿਜ਼ ਤੋਂ। ਬਿਲਕੁਲ ਕੋਈ ਇੱਕ ਬੰਦਾ ਪੁਆਇੰਟ ਆਊਟ ਕਰਦਾ ਹੈ ਕਿ ਕਿਸੇ ਵੀ ਆਪਣੀ ਐਕਟੀਵਿਟੀ ਤੋਂ, ਫੇਸਬੁੱਕ ਹੈ, YouTube ਹੈ, ਅਸੀਂ ਕਿਸੇ ਕਿਸਮ ਦੀ ਦੁਕਾਨਦਾਰੀ ਕਰ ਰਹੇ ਹਾਂ। ਹਾਂ ਮੇਰਾ ਦੱਸੋ। ਚੈਨਲ ਮੋਨੇਟਾਈਜ਼ ਨਹੀਂ, ਅਸੀਂ ਤਾਂ ਫੇਸਬੁੱਕ ਤੇ 50,000 ਫਾਲੋਅਰਸ ਮੈਂ ਹੋ ਤਾਂ ਗਏ ਨੇ। ਰਾਤ 10 ਘੰਟੇ ਨੌਕਰੀ ਕਰਕੇ ਆਣਾ, 10 ਹਾਂ ਘੰਟੇ ਚੋਂ 8 ਘੰਟੇ ਦਾ ਮੁਆਵਜ਼ਾ ਮੈਂ ਲੋਕਾਂ ਦੀ ਖਿਦਮਤ ਤੇ ਖਰਚ ਕਰਨਾ। 2 ਬਿਲਕੁਲ। ਘੰਟੇ ਦਾ ਮੁਆਵਜ਼ਾ ਸਿਰਫ ਮੈਂ ਆਪਣੇ ਤੇ ਆਪਣੇ ਬੱਚਿਆਂ ਤੇ ਯੈਸ ਖਰਚ ਕਰਨਾ, ਯੈਸ। ਜਿਹੜਾ ਕਿੱਥੇ ਮੈਨੂੰ ਜ਼ਰੂਰਤ ਹੈ, ਉਸ ਕਿੱਥੇ ਤੋਂ ਵੱਡਾ। ਜ਼ਿਆਦਾ ਮੈਨੂੰ ਜ਼ਰੂਰਤ ਹੀ ਨਹੀਂ। ਹਾਂ ਕਿੰਨਾ ਵੱਡਾ। ਮੈਂ ਅਗਰ 2 ਘੰਟੇ ਕੰਮ ਕਰਾਂ ਨਾ ਡੇਲੀ, ਅੱਲਾਹ ਪਾਕ ਮੇਰੀ ਕਫਾਲਤ ਵਾਸਤੇ ਪੂਰਾ ਰਿਜ਼ਕ ਦੇ ਦਿੰਦਾ ਔਰ ਮੈਨੂੰ। ਉੱਥੇ ਵੀ 25% ਤੁਹਾਡੀ એનર્ਜੀ ਜਿਹੜੀ ਹੈ ਨਾ, ਉਹ ਤੇ ਐਕਚੁਅਲ ਮਦਦ ਚ ਲੱਗਦੀ ਹੈ। ਸਰ ਜੀ ਮੈਂ ਆਪਣੀ ਖੁਸ਼ੀ 75% ਨਾਲ, ਮੈਨੂੰ એનર્ਜੀ ਮੈਨੂੰ
ਉਹ हाँ अल्लाह ਮਦਦ मेरी ਲਈ रूह ਜਿਹੜੇ राजी करता ਕੰਡੇ है, ਚਿਮੜੇ ਹੋਏ ਆ ਨਾ, ਮਦਦ ਲਈ ਜਿਹੜੇ ਕੰਡੇ ਚਿਮੜੇ ਆ कंडे चिमड़े 75% એનર્ਜੀ ਉਹਦੇ ਜ਼ਾਇਆ ਹੋ ਰਹੀ ਹੈ। ਉਹਦੇ ਜ਼ਾਇਆ ਹੋ ਰਹੀ ਹੈ। ਇਹ ਬੇਵਕੂਫਾਂ ਨੂੰ ਮੇਰੇ ਨਾਲ ਸਿੰਘ ਅਡਾਣ ਦੀ ਬਜਾਏ ਮੇਰੇ ਨਾਲ ਬੈਠਣ, ਕੋਈ ਰਸਤਾ ਮੈਂ ਇਹਨਾਂ ਨੂੰ ਦੱਸਾਂ। ਨਹੀਂ ਵੈਰੀ ਤੇ ਟੈਰਿਬਲ। ਮਸਜਿਦ ਨੂੰ ਸਰ ਇਸਤੇਮਾਲ ਵਿੱਚ ਲਿਆਉਣ ਦਾ ਮੇਰੇ ਕੋਲ ਇਤਨਾ ਬਿਹਤਰੀਨ ਫਾਰਮੂਲਾ ਔਰ ਯੈਸ ਆਈਡੀਆ, ਅਗਰ ਇਹ ਯੈਸ ਕਰਨਾ ਸ਼ੁਰੂ ਕਰ ਦੇਣ ਕੋਈ ਵੀ ਇਮਾਮ ਸਾਹਿਬ, ਕੋਈ ਮਸਜਿਦ, ਛੋਟੇ ਮੁਹੱਲੇ ਵਾਲੇ ਆਪੇ ਆ ਕੇ ਮੈਨੂੰ ਕਹਿ ਲੈਣ, ਯੈਸ ਯਾਰ ਪਹਿਲੇ ਮੇਰੀ ਮਸਜਿਦ ਤੋਂ ਸ਼ੁਰੂ ਕਰੋ, ਮੈਨੂੰ ਯੈਸ ਦੱਸੋ, ਯੈਸ ਮੈਂ ਯੈਸ ਮਾਡਲ ਬਣਾ ਕੇ ਦੇਣਾ ਤੁਹਾਨੂੰ। ਬਿਲਕੁਲ ਬਿਲਕੁਲ ਮੈਂ ਕਰਾਚੀ ਵਿੱਚ ਇੱਕ ਮਾਡਲ ਬਣਵਾਇਆ ਸਰ ਜੀ, 35 ਸਾਲ ਹੋ ਗਏ ਨੇ ਉਹ ਮਾਡਲ ਚੱਲਦਾ ਪਿਆ। ਉੱਤੇ ਮੈਂ ਇੱਕ ਬਿਲਕੁਲ। ਦਫਾ ਗਿਆ ਦੋਸਤ ਨੂੰ ਮਿਲਣੇ ਉਹ ਮੁਹੱਲੇ 'ਚ। ਹਾਂ ਅੱਛਾ, ਇੱਕ ਮਸਜਿਦ ਸੀ, ਉਹਦਾ ਜਿਹੜਾ ਇਮਾਮ ਸੀ ਨਾ, ਉਹ ਯੰਗ ਨੌਜਵਾਨ ਸੀ, ਉਹ ਦਰਖਾਸਤੀ ਇਹਨਾਂ ਦਾ ਸੀ, ਖਾਨਦਾਨ ਦਾ, ਅਬਦੁੱਲਾ ਦਰਖਾਸਤੀ ਵਾਲਿਆਂ ਦਾ। ਉਹ ਮੇਰੇ ਗ੍ਰਾਈ ਨੇ ਸਾਰੇ। ਤੇ ਉਹ ਤਾਰਫ ਹੋਇਆ ਨਾ, ਤੇ ਉਹ ਕਹਿੰਦਾ ਜੀ ਫਲਾं दरखास्ती साहब को जानते हैं? मैं कहा वो बिलाल दरखास्ती साहब मेरा बड़ा अच्छा दोस्त है। कहता जी मैं उसका कजन हूँ, तो मैं इधर इमाम मस्जिद लगा हूँ। अच्छा अच्छा, मैं क्या अच्छा बेटा, बड़ी खुशी हुई गल के। ਅੱਛਾ, ਉੱਥੇ ਫਿਰ ਗੱਲਾਂ ਗੱਲਾਂ 'ਚ ਨਾ ਇੱਕ ਮਸਲਾ ਆ ਗਿਆ, ਕਿਸੇ ਮਹੱਲੇਦਾਰ ਦਾ, ਉਹਦੇ ਘਰ ਕੋਈ ਬੇਰੋਜ਼ਗਾਰੀ ਸੀ, ਉਹਦੇ ਘਰ ਕੋਈ ਰਾਸ਼ਨ ਵਗੈਰਾ ਖਰਚਾ ਨਹੀਂ ਸੀ। ਤੇ ਮੇਰੀ ਉਹਦੇ ਨਾਲ ਜਦੋਂ ਗੱਲ ਹੋ ਰਹੀ ਨਾ, ਤੇ ਮੈਂ ਉਹਨੂੰ ਕਿਹਾ ਕਿ ਬੇਟਾ ਆਪ यहाँ के इमाम मस्जिद हो, एक आइडिया है मेरे पास। कहता जी बताएं। मैं क्या, इस तरह करो, आपके पास ये इतने बड़े बड़े नमाजी आते हैं, पीछे रोल बाहर इडिया वड्डियां वड्डियां गड्डियां खड़ियां की हैं, आप इनको रिक्वेस्ट करो कि इसमें एक फंड बना दो मस्जिद में, बिल्कुल ठीक है, अपनी मर्जी से। हाँ हाँ, आप इमाम मस्जिद हो, आपको ये मोहल्ले वालों का पता है, आप मिलते जुलते रहते हो सबके लिए, सबको नमाज के लिए भी कहते हो। आप इनसे देखो, जिसका घर में हालात ऐसे हो, आप उनका रिकमेंडेशन दो भी, उसके फलां घर में राशन नहीं है, आप अपने अपने हस्बे तौफीक दे जाएं, तो हम उसको राशन पहुंचा देंगे। अच्छा, उस बंदे ने मेरी सीरियस गल लैके उन्हें काम शुरू कर दिता मस्जिद विच। ਸਰ ਇਹ ਤੁਹਾਡਾ ਮਾਡਲ ਅਗਰ ਅੱਜ ਅਸੀਂ 100 ਮਸਜਿਦਾਂ ਨੂੰ ਕਹੀਏ ਨਾ, ਇੱਕ ਮੁਸ਼ਕਲ ਨਾਲ ਕਰੇਗੀ, ਕਿਉਂਕਿ ਉਹਨਾਂ ਨੇ ਤੇ ਜੋ ਕੁਝ ਕਰਨਾ ਬਣਾਣਾ ਆਪਣੇ ਪੇਟ ਦੀ ਹੱਦ ਤੱਕ ਹੈ। पेट की हद तक हो गया ना जी, और Not चंद मस्जिदां for कर रही हैं, ਉਹਨਾਂ ਨੂੰ ये ਤੇ नहीं ਪਤਾ ਹੀ कि ਨਹੀਂ किते भी ਇੱਥੇ। नहीं कर रहे हैं। हाँ, ਉਹ चंद ਤੇ मस्जिदां ਸਰ मॉडर्न कर रही हैं ਦੂਸਰੇ, इस्तेमाल। ਉਹ ਤੇ ਦੂਸਰੇ ਮਸਲਕ ਦੇ ਬੰਦੇ ਨੂੰ ਮਸਜਿਦ 'ਚ ਨਹੀਂ ਵੜਨ ਦਿੰਦੇ। ਮਸਜਿਦ ਹੀ ਨਹੀਂ ਵੜਨ ਦਿੰਦੇ, ਤਾਲਾ ਲਾ ਦਿੰਦੇ ਨੇ ਵੀ ਹਾਂ ਤੁਸੀਂ ਇੱਥੇ ਤੁਸੀਂ ਵੜੋ ਹੀ ਨਾ। ਕਹਿੰਦੇ ਹੋ ਕਿ ਉਹ ਕਮੇਟੀਆਂ, ਆਲੇ ਅੱਛਾ ਕਮੇਟੀਆਂ ਬੈਠੀਆਂ ਹੋਈਆਂ ਨੇ, ਉਹ ਕਮੇਟੀ 'ਚ ਐਸੇ ਕੋਈ ਸੂਅਰ ਦੇ ਬੱਚੇ ਬੈਠੇ ਹੋਏ ਨੇ, ਉਹ ਵੈਸੇ ਹੀ ਨਿਸ਼ਾਨਾ ਰੱਖ ਲੈਂਦੇ ਨੇ ਵੀ ਤੁਸੀਂ ਵਿੱਚ ਕਰਨ ਕੀ ਆਏ ਹੋ, ਸਾਨੂੰ ਇਹ ਮਸ਼ਵਰਾ ਦੇਣ ਵਾਲੇ ਕੌਣ ਹੁੰਦੇ ਹੋ। ਹੁਣ ਵੈਸੇ ਮੈਂ ਇੱਕ ਹੋਰ ਗੱਲ ਵੀ ਸੋਚ ਰਿਹਾ ਸੀ ਕਿ ਇਹਨਾਂ ਮਸਜਿਦਾਂ ਨੇ ਇਮਰਾਨ ਖਾਨ ਦੀ ਧੇਲੇ ਦੀ ਵੀ ਨਹੀਂ ਹੈਲਪ ਕੀਤੀ। ਇਮਰਾਨ ਖਾਨ ਹੁਣ ਚਾਹੀਦਾ ਜਦੋਂ ਆਏ ਨਾ, ਇਹਨਾਂ ਮਸਜਿਦਾਂ ਨੂੰ ਇਸ ਲਾਈਨ ਤੇ ਸੈਟਿੰਗ ਕਰੇ ਜਿਹੜੀ ਤੁਸੀਂ ਕਹਿ ਸਰ ਜੀ ਮੇਰੇ ਕੋਲ ਇੱਕ ਬੜਾ ਮਾਡਲ ਹੈ, ਇਸ ਮਸਜਿਦ ਨੂੰ ਬੜੇ ਫਲਾਈ ਮਰਕਜ਼ ਬਣਾਇਆ ਜਾ ਸਕਦਾ ਹੈ, ਇੱਕ ਇਸਲਾਮਿਕ ਸੈਂਟਰ ਬਣਾਓ। ਬਲਕਿ ਮੈਂ ਇਹਨਾਂ ਨੂੰ ਆਈਡੀਆ ਦੇ ਦੇਣਾ ਛੋਟਾ ਜਿਹਾ ਕਿ ਵੀ ਮਸਜਿਦ ਦੇ ਵਿੱਚ ਘਰ ਦੇ ਬਾਲ ਬੱਚੇ ਮੁਹੱਲੇ ਦੇ ਉਹਨਾਂ ਦੇ ਇੱਕ ਅਲੱਗ ਸੈਕਸ਼ਨ ਬਣਾਓ, ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਮਾਵਾਂ ਉੱਥੇ ਸਾਰਾ ਦਿਨ ਮਸਜਿਦ ਦੇ ਵਿਹਲੀਆਂ ਜਿਹੜੀਆਂ ਫਿਰਦੀਆਂ ਉੱਥੇ ਗੁਜ਼ਾਰਨ, ਬੱਚਿਆਂ ਨੂੰ ਖੇਲ ਕੂਦ ਦਾ ਇੱਕ ਛੋਟਾ ਜਿਹਾ ਲਾਇਬ੍ਰੇਰੀ ਟਾਈਪ ਦਾ ਉੱਥੇ ਬਣਾ ਕੇ ਦਿਓ। ਅੱਛਾ, ਉਹਦੇ ਇੱਕ ਛੋਟਾ ਜਿਹਾ ਜਨਰਲ ਸਟੋਰ ਬਣਾ ਦਿਓ, ਜਿਹਦੇ 'ਚ ਮੇਰੇ ਵਰਗੇ ਬੰਦੇ ਆਣ ਰਾਸ਼ਨ ਪਾ ਜਾਇਆ ਕਰਨ, ਤੇ ਕੋਈ ਗਰੀਬ ਆਵੇ ਤੇ ਉਹ ਰਾਸ਼ਨ ਚੁੱਕ ਕੇ ਲੈ ਜਾਇਆ ਕਰੇ, ਚੁੱਪ ਆਪਣੀ ਮਰਜ਼ੀ ਦਾ। ਉਹ ਚਰਚ 'ਚ ਇਹ ਕਨਸੈਪਟ ਹੈ ਨਾ ਸਰ ਜੀ, ਇਹ ਅਸੀਂ ਕਿਉਂ ਨਹੀਂ ਕਰ ਸਕਦੇ? ਚਰਚ ਔਰ ਨੇ ਦੱਸੋ ਸਾਨੂੰ ਆਪਣੇ ਅੱਲਾਹ ਨੇ ਮਨਾ ਨਾਲ, ਕੀਤਾ ਇਹ ਕੰਮ ਕਰਨ ਤੋਂ? ਚਰਚ ਨੇ ਚਰਚ ਦੇ ਨਾਲ ਸਕੂਲ ਬਣਾਇਆ ਔਰ ਚਰਚ ਨੇ ਪੈਂਟਰੀ ਬਣਾਈ, ਪੈਂਟਰੀ ਬਣਾਈ। ਅੱਛਾ, ਹੁਣ ਚਾਈਨੀਜ਼ ਕਮਿਊਨਿਟੀ, ਮੈਂ ਕਿਉਂ ਚਾਈਨੀਜ਼ ਦੀ, ਮੈਂ ਤਾਂ ਤੁਹਾਨੂੰ ਦੱਸਾਂਗੇ, ਮੈਂ ਤੇ ਆਪਣੀ ਕੌਮ ਹੀ ਬਦਲ ਲਈ ਹੈ। ਮੈਂ ਅੱਲਾਹ ਨੂੰ ਦੁਆ ਕੀਤੀ ਹੈ ਕਿ ਅੱਲਾਹ ਮੇਰੀ ਨਸਲ ਅੱਗੋਂ ਪਾਕਿਸਤਾਨੀ ਨਾ ਪੈਦਾ ਕਰੀ, ਮੈਨੂੰ ਚਾਈਨੀਜ਼ ਨਸਲ ਦੇ ਦੇ। ਇੰਦਾ ਦਾ ਇਸਲਾਮ ਔਰ ਇੰਦਾ ਉਹ ਦਾ ਮੈਂ ਚਾਈਨੀਜ਼ ਮਸਜਿਦ ਦੇ ਦੇਖਿਆ ਸਰ, ਚਾਈਨੀਜ਼ ਮਸਜਿਦ ਵਾਲਿਆਂ ਦਾ ਇਹ ਮਾਡਲ ਜੇ, ਉਹਨਾਂ ਨੇ ਇਸਲਾਮਿਕ ਸੈਂਟਰ ਬਣਾ ਕੇ ਅੰਦਰ ਹੀ ਉਹ ਛੋਟਾ ਜਿਹਾ ਖੇਲ ਰੂਮ, ਪਲੇ ਰੂਮ ਬਣਾਇਆ ਕਿਡਸ ਵਾਸਤੇ। ਉਹ ਬੱਚੇ ਆਂਦੇ ਨੇ, ਖੇਡਦੇ ਵੀ ਰਹਿੰਦੇ ਨੇ, ਨਮਾਜ਼ ਵੀ ਪੜ੍ਹਦੇ ਰਹਿੰਦੇ ਨੇ, ਆਇਤਾਂ ਵੀ ਸਿੱਖਦੇ ਰਹਿੰਦੇ ਨੇ। ਸਰ ਅੱਜ ਉੱਥੇ ਲਾਇਬ੍ਰੇਰੀ ਰੱਖ ਦਿੱਤੀ ਹੈ ਉਹਨਾਂ ਨੇ। ਅੱਛਾ, ਨਾਲ ਹੀ ਇੱਕ ਫਿਰ ਖਾਨਾ ਸ਼ੈਲਫ ਰੱਖ ਦਿੱਤਾ, ਜਿਹਨੂੰ ਜ਼ਰੂਰਤ ਦੀ ਚੀਜ਼ ਚਾਹੀਦੀ ਹੈ ਤੂੰ ਚੁੱਕ ਕੇ ਲੈ ਜਾਵੇ, ਉਹ ਉਹਨੂੰ ਫਿਲ ਕਰਦੇ ਰਹਿੰਦੇ ਨੇ ਮੁਖੱਈਰ ਹਜ਼ਰਾਤ ਤੋਂ ਲਿਆ ਕੇ ਖਾਣ ਪੀਣ ਦੀਆਂ ਚੀਜ਼ਾਂ। ਲਿਬਰਲ ਡੈਮੋਕ੍ਰੈਟਿਕ ਕੈਪੀਟਲਿਸਟ ਸਿਸਟਮ ਨੇ ਕਿੰਨੀਆਂ ਜ਼ਲਾਲਤਾਂ ਨੇ ਇਹਦੇ 'ਚ। ਹਾਂ, ਇਸਲਾਮਿਕ ਨਿਜ਼ਾਮ ਇਜ਼ ਨਾਟ ਲਿਬਰਲ ਡੈਮੋਕ੍ਰੈਟਿਕ ਕੈਪੀਟਲਿਸਟ। ਇਸਲਾਮੀ ਨਿਜ਼ਾਮ ਇਜ਼ ਇਜਤਮਾਈ ਖੁਦਕਫਾਲਤ। Islamic economic system is खर्च करो अल्लाह की राह पे, गरीबों पर, मस्कीनों पर, वो बचत का, बैंक का इस्लामी निजाम च नहीं कोई तसव्वुर। सर जी सिंपल, आप हुजूर सल्लल्लाहु अलैहि वसल्लम दा अगर ये वाकया मौलवी ही जिक्र करते ना, ਉਹ ਜੀ ਪੁਕਾਰ ਰਹੇ ਪਏ ਹੋਣਗੇ ਰੋਜ਼ੇ ਹਸ਼ਰ, ਯਾ ਉਮਤੀ ਯਾ ਉਮਤੀ ਯਾ ਉਮਤੀ, ਉਹਨਾਂ ਨੂੰ ਉਮਤ ਦੀ ਫਿਕਰ ਹੈ। ਉਹ ਬੁਨਿਆਦੀ ਤੁਹਾਨੂੰ ਸਬਕ ਉਹ ਦੇ ਗਏ ਨੇ ਕਿ ਭਾਈ ਸਭ ਦੀ ਫਿਕਰ ਕਰੋਗੇ ਤਾਂ ਤੁਸੀਂ ਕਾਮਯਾਬ ਹੋਵੋਗੇ। ਸਰ ਇਹ ਉਮਾ ਜਿਹੜਾ ਸੂਰ ਦਾ ਚੁੰਮਾ ਜਿਹਨੂੰ ਮੈਂ ਕਹਿੰਦਾ, ਸੂਰ ਦਾ ਚੁੰਮਾ ਸਰ। ਅੱਛਾ, ਉਹ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਬੁਨਿਆਦੀ ਹੁਕਮ ਦੀ ਨਾਫਰਮਾਨੀ ਕਰਦੇ ਪਏ ਨੇ, ਇਹਨਾਂ ਨੇ ਬਰਕਤ ਕਿੱਥੋਂ ਪਾਣੀ ਹੈ? ਮੈਨੂੰ ਇਹ ਦੱਸੋ। ਟੋਟਲ ਬੇਸਿਸ ਹੀ
ਐਕਚੁਅਲੀ ਬੁਨਿਆਦ ਹੁੰਦੀ ਹੈ ਇੱਕ ਕਨਸੈਪਟ। ਸਰ ਜੀ ਸਭ ਕੀ ਕਾਮਯਾਬੀ ਦੇਖੋ ਹਮਾਰੀ ਉਹਨਾਂ ਨੇ ਕਾਮਯਾਬੀ ਹੈ। ਮੈਂ ਤੇ ਆਕਾ ਦੇ ਉਹਨਾਂ ਇਸ ਨੇ ਫਰਮਾਨ ਤੋਂ ਜਾਂਦੇ, ਇਹ ਸਬਕ ਸਿੱਖਿਆ। ਸਰ ਇਹ ਬੜੀ ਗੱਲ ਕਰਦੇ ਆ ਹਜ਼ਰਤ ਆਇਸ਼ਾ ਦੀ ਏਜ ਦੀ, ਬਾਕੀ ਚੀਜ਼ਾਂ ਦੀ, ਕੋਈ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਜਾਂਦੇ ਹੋਏ ਉਹ ਤੋਂ 2 ਦਿਰਹਮ ਵੀ ਲੈ ਲੈ, ਰੈਦਰ ਦੈਨ ਕਿ ਉਹਨੂੰ ਮਹਲ ਉਹਦੇ ਨਾਂ ਕਰਾ ਕੇ ਜਾਂਦੇ ਕਿ ਯਾਰ ਇਹ ਛੋਟੀ ਬੇਗਮ ਸੀ, ਇਹਦੀ ਏਜ ਘੱਟ ਹੈ, ਮੈਂ ਪਹਿਲਾਂ ਠੀਕ ਹੈ ਨਾ ਜੀ। ਇੱਕ ਕਲੈਕਟਿਵ, ਇੱਕ ਇਜਤਮਾਈ ਜ਼ਿੰਮੇਦਾਰੀ, ਇੱਕ ਅਹਿਸਾਸ, ਅਸੀਂ ਤੇ ਉਹਦੇ ਚ ਡਿਵੀਜ਼ਨਸ ਪਾਤੀਆਂ, ਡਿਵੀਜ਼ਨ ਪਾ ਦਿੱਤੀਆਂ ਨਾ ਸਰ ਜੀ, ਰਿਲੀਜੀਅਸ ਔਰ ਇਹ ਨਸਲ ਡਿਵੀਜ਼ਨ, ਦਰ ਨਸਲ ਪੈਂਦੀਆਂ ਆ ਰਹੀਆਂ ਨੇ ਹੁਣ ਆ ਕੇ, ਉਹ ਬਿਲਕੁਲ ਨੇ ਇੱਕ ਤਬਾਹੀ ਵਾਲੀ ਦੂਸਰੇ ਦੀਆਂ ਪੋਜੀਸ਼ਨ ਤੇ ਆ ਗਰਦਨਾਂ ਗਈਆਂ ਨੇ। ਕਤਲ ਕੀਤੀਆਂ ਜੀ, ਗਰਦਨਾਂ ਉਡਾਤੀਆਂ, ਮਤਲਬ ਦਿਸ ਇਜ਼ ਟੈਰੀਬਲ। ਹੁਣ ਵੀ ਅਗਰ ਇਹ ਆਸਾਨ, ਮੈਂ ਐਕਚੁਅਲੀ ਤੁਹਾਡਾ ਉਹ ਵੀਲੌਗ ਪਸੰਦ ਕੀਤਾ ਸੀ, ਔਰ ਮੈਂ ਅੱਜ ਵੀ ਮਜ਼ੀਦ ਇਹਦੇ ਤੇ ਸਿਰਫ ਮਸਜਿਦ ਦੇ ਐਸਪੈਕਟ ਤੋਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੀ ਸਰ ਜੀ ਮੈਂ ਤਾਂ ਕਿ ਖੁਦ ਹੀ ਆਫਰ ਦੇ ਰਿਹਾ ਕਿ ਮੇਰੇ ਨਾਲ ਐਗਜ਼ਿਸਟਿੰਗ, ਗੱਲ ਕਰੋ, ਮੈਂ ਹਾਂ, ਕਿ ਤੁਹਾਡੇ ਨਾਲ ਮਿਲ ਕੇ ਸੈਟਅਪ ਬਣਾਉਂਦੇ ਹਾਂ ਅਸੀਂ ਹਰ ਸ਼ਹਿਰ ਦੇ ਵਿੱਚ। ਐਗਜ਼ਿਸਟਿੰਗ ਮੌਸਕ ਦੇ ਜਿਹੜੇ ਆਲੇ ਵਡਾਲੇ ਲੋਕ ਰਹਿੰਦੇ ਨੇ ਔਰ ਮੁੰਤਜ਼ਮੀਨ ਨੇ, ਇਹ ਜਿਹੜੇ ਵੀ ਰੈਜ਼ੀਡੈਂਟ ਸਾਨੂੰ ਸੁਣ ਰਹੇ ਨੇ, ਮੇਰੇ ਜਿੰਨੇ ਵਿਊਅਰਸ ਨੇ ਤੁਹਾਡੇ, ਉਹ ਜ਼ਰੂਰ ਇਹ ਟੇਕ ਅਪ ਇਸ਼ੂ ਕਰਨ। ਅਸੀਂ ਸਾਰਿਆਂ ਨੂੰ ਆਰਗੇਨਾਈਜ਼ ਕਰਾਂਗੇ ਇਨਸ਼ਾਅੱਲਾ, ਮਿਲ ਕੇ ਯੂਨਾਈਟ ਕਰਾਂਗੇ ਅਸੀਂ, ਇਸ ਚੀਜ਼ ਦੈਟ ਆਈ ਲਈ ਕੈਨ ਮੈਂ ਕਰ ਪ੍ਰੋਮਿਸ ਰਿਹਾ ਯੂ। ਸੀ। rather than लिखे मस्जिदों का ये क्या ਉਹ काम है। ਬਈ ਮੇਰੇ ਨਾਲ ਸਿੰਘ सुनो, ਨਾ ਹਟਾਓ, ਜਿਹੜਾ ਕੰਮ ਕਰਨ ਵਾਲਾ ਉਹ ਮਿਲ ਕੇ ਕਰੋ। मौलवी ने तो जन्नत दिलवानी है हमें, मौलवी का क्या काम, वो तो सुबह फजर के वक्त उठ के नमाज पढ़ाता है, ਉਹ बड़ा ਮੌਲਵੀਆਂ ਦੇ एहसान ਮਸਾਇਲ करता। ਵੀ ਸਾਨੂੰ ਪਤਾ ਨੇ, ਮੈਨੂੰ ਪਤਾ ਨੇ ਮੌਲਵੀਆਂ ਦੇ ਮਸਾਇਲ, ਜਿਹੜੇ ਉਹਨਾਂ ਦੇ ਜੈਨੂਇਨ ਮਸਾਇਲ ਨੇ ਉਹ ਵੀ ਹੱਲ ਕਰ, ਉਹਨਾਂ ਦਾ ਵੀ ਹੱਲ ਮੇਰੇ ਕੋਲ ਹੈ। बिल्कुल ਤੇ बस। ਅੱਜ ਮੇਰੇ ਨਾਲ ਕਮਿਟਮੈਂਟ ਕਰਨ, ਅਸੀਂ ਸਵੇਰ ਤੋਂ ਇੱਕ ਮਾਡਲ ਫੜ ਲੈਣੇ, ਇੱਕ ਛੋਟੇ ਜਿਹੇ ਸ਼ਹਿਰ ਦੇ ਮਹੱਲੇ ਦੀ ਮਸਜਿਦ ਦਾ ਕੋਈ ਬੰਦਾ ਉੱਥੇ ਰਹਿਣ ਵਾਲਾ ਮੈਨੂੰ ਆਫਰ ਕਰੇ ਜੀ ਮੇਰੇ ਮਹੱਲੇ ਤੋਂ ਸ਼ੁਰੂ ਕਰਦੇ ਆਓ ਮੇਰੇ ਨਾਲ ਕੰਮ ਕਰੋ, ਸਵੇਰੇ ਸਟਾਰਟ ਕਰ ਲੈਂਦੇ ਆ। ਚਲੋ ਜੀ, ਹਾਥ ਕੰਗਨ ਕੋ ਆਰਸੀ ਕਿਆ, ਮੈਦਾਨ ਖੁੱਲਾ ਹੈ ਸਾਹਮਣੇ, ਸਾਬਤ ਕਰ ਦਿੰਦੇ ਆ ਅਸੀਂ ਆਪਾਂ। ਇਸ ਫੋਰਮ ਤੋਂ ਸਭ ਨੂੰ ਇਨਵਾਈਟ ਕਰਦੇ ਹਾਂ, ਜਿਹੜਾ ਬੰਦਾ ਵੀ ਇਸ ਕਲੋਜ਼ ਟੂ ਦ ਮੌਸਕ ਐਸੋਸੀਏਸ਼ਨ ਔਰ ਮੌਸਕ ਦੇ ਕਰਦੇ ਧਰਤੀਆਂ ਤੋਂ, they should come forward and let's change it। ਹਾਂ, ਖਾਲੀ ਬਲਕਿ ਸਾਨੂੰ ਇੱਥੇ ਸਾਡੇ ਫੋਨ ਨੰਬਰ ਇਸ ਡਾਕਟਰ, ਵਾਸਤੇ ਨਾ ਮੰਗੋ ਕਿ ਸਾਨੂੰ ਤੁਸੀਂ ਨਸੀਹਤਾਂ ਕਰਨੀਆਂ, ਸਾਡੇ ਫੋਨ ਨੰਬਰ ਇਸ ਵਾਸਤੇ ਮੰਗੋ ਅਗਰ ਕੁਝ ਕੰਮ ਕਰਨਾ ਚਾਹੁੰਦੇ ਹੋ, ਵੀ ਕੈਨ ਹੈਲਪ ਯੂ। ਇੱਥੇ ਬਲਕਿ ਡਾਕਟਰ ਨਸਰ ਸ਼ਾਇਦ ਹੈ ਮੁਲਤਾਨ ਤੋਂ ਹੀ ਨੇ, ਤੇ ਉਹਨਾਂ ਨੇ ਮੇਰਾ ਬੜਾ ਪਿਕਅਪ ਕੀਤਾ ਕਿ ਮਸਤਾਂ ਨਾ ਜਾਇਆ ਕਰੋ, ਇਹ ਲੁਟੇਰੇ ਨੇ, ਡਾਕੂ ਨੇ। ਉਹਨਾਂ ਨੇ ਕਿਹਾ ਜੀ ਤੁਸੀਂ ਫਿਰ ਜ਼ਿਆਦਾ ਹੀ ਤੁਹਾਨੂੰ ਇਹ ਇਜਤਮਾਈ ਨਮਾਜ਼ ਦਾ ਸ਼ੌਕ ਹੈ ਨਾ, ਤੁਸੀਂ ਕੋਈ 3 ਬਲਾਕਸ ਦੇ ਮਸਲੇ ਬਣਾ ਲਓ, ਰੈਦਰ ਦੈਨ ਇੱਕ ਤੁਸੀਂ ਇੰਸਟੀਟਿਊਸ਼ਨ ਕ੍ਰੀਏਟ ਕਰ ਦਿੱਤਾ। ਸਰ ਘਬਰਾਉਣ ਦੀ ਵੀ ਲੋੜ ਨਹੀਂ, ਭਾਵੇਂ ਮਸਜਿਦਾਂ ਖਰਾਬ ਹੋਈਆਂ ਪਈਆਂ ਨੇ, ਜਾਣ ਤੋਂ ਨਾ ਘਬਰਾਓ, ਲੇਕਿਨ ਕੰਮ ਠੀਕ ਕਰੋ ਨਾ ਜਾ ਕੇ, ਡੋਮੀਨੇਟ ਕਰੋ ਉੱਥੇ ਜਾ ਕੇ। ਸਰ ਫੋਰਡ ਦੀ ਛੋਟੀ ਜਿਹੀ ਮਸਜਿਦ ਹੈ, $1 ਮਿਲੀਅਨ ਉਹਨਾਂ ਨੇ ਇਕੱਠਾ ਕਰ ਲਿਆ। ਹਾਂ, ਬਸ ਹੁਣ ਉਹ ਇਨਵੈਸਟਮੈਂਟ ਬੈਂਕਰਸ ਨੂੰ ਦੇ ਰਹੇ, ਸਰਕਾਬੇ ਲੱਗੀ ਹੈ। ਅੱਛਾ, 2 ਚੀਜ਼ਾਂ ਦੇ ਨਾਲ ਇਹ ਅਮਜਦ ਸਾਕਿਬ ਨੇ ਵੀ ਇਹ ਪਾਲਿਸੀ ਰੱਖੀ ਹੈ। 1 ਇਹ, ਦੂਸਰਾ ਅਸੀਂ ਜੀ ਇਹ ਮੁਸਲਮਾਨਾਂ ਦੇ ਵੋਟ ਜਦੋਂ ਵਾਰੀ ਆਉਂਦੀ ਹੈ, ਇੱਕ ਇੱਥੇ ਗੋਰਾ ਮੇਅਰ ਹੈ ਐਕਸਟ੍ਰੀਮਲੀ ਕਰਪਟ, ਠੀਕ ਹੈ ਜੀ, ਉਹ ਮਸਜਿਦਾਂ ਸਾਨੂੰ ਰਿਪਰੈਜ਼ੈਂਟ ਕਰ ਰਹੀਆਂ। ਉਹ ਮੈਂ ਐਤਕੀ ਉਹਦੇ ਗਵਰਨਰ ਦੇ ਇਲੈਕਸ਼ਨ 'ਚ ਕਿਹਾ ਮਸਜਿਦ ਡੂ ਨਾਟ ਰਿਪਰੈਜ਼ੈਂਟ ਅਸ, ਠੀਕ ਹੈ। ਅਗਲੀ ਵਾਰੀ ਮੈਂ ਕਿਹਾ ਮੈਂ ਕੋਸ਼ਿਸ਼ ਕਰਾਂਗਾ ਮੈਂ ਮੇਅਰ ਦੇ ਅਗਲੀ ਵਾਰੀ ਇਹ ਇਲੈਕਸ਼ਨ ਕੰਟੈਸਟ ਕਰਾਂ, ਇਹਨਾਂ ਨੂੰ ਦੱਸਾਂ ਕਿ ਮੁਸਲਿਮਸ ਆਰ ਨਾਟ ਰੈਲੀਡ ਅਰਾਊਂਡ ਫਰਮ ਮੌਸਕਸ। ਹਾਂ ਬਿਲਕੁਲ, ਬਦਮਾਸ਼ੀ ਹੈ, ਗੁੰਡਾਗਰਦੀ ਹੈ। ਮਸਜਿਦਾਂ ਦਾ ਹੋਰ ਮਕਸਦ ਹੈ ਸਰ, ਆਪ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਹੜਾ ਉਹਦਾ ਮਕਸਦ ਦੱਸਿਆ ਹੈ ਉਸ ਨੂੰ ਪਹਿਲੇ ਪੜੋ, ਉਸ ਨੂੰ ਸਮਝੋ, ਔਰ ਉਸ ਮਾਡਲ ਦੇ ਉੱਤੇ ਤੁਸੀਂ ਕਰਨ ਦੀ ਕੋਸ਼ਿਸ਼ ਕਰੋ, ਫਿਰ ਬਰਕਤ ਤੁਸੀਂ ਆਪ ਦੇਖੋਗੇ ਕਿ ਕਿੰਨੀ ਹੁੰਦੀ ਹੈ। ਬਿਲਕੁਲ ਬਿਲਕੁਲ। ਤੁਸੀਂ ਮੈਨੂੰ ਸਿੰਪਲ ਇਹ, ਮੈਨੂੰ ਸਾਰੇ ਜਿਹੜੇ ਵੀ ਆਲਮ ਇਸਲਾਮ ਦੇ ਜੈਦ ਬੈਠੇ ਨੇ ਨਾ ਸਾਡੇ ਪਾਕਿਸਤਾਨੀ, ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣ, ਕਿੰਨੀਆਂ ਮਸਜਿਦਾਂ ਨੇ ਟੋਟਲ? ਇਹਨਾਂ ਦੇ ਪਿਓ ਨੂੰ ਨਹੀਂ ਪਤਾ ਹੋਣਾ ਟੋਟਲ ਪਾਕਿਸਤਾਨ 'ਚ ਕਿੰਨੀਆਂ ਮਸਜਿਦਾਂ ਨੇ। ਅੱਛਾ ਜੀ, ਹਜ਼ਾਰਾਂ ਦੇ ਹਿਸਾਬ ਨਾਲ ਹੋਣਗੀਆਂ ਸਰ, ਲੱਖਾਂ ਦੇ ਹਿਸਾਬ ਨਾਲ ਹੋਣਗੀਆਂ। ਅੱਛਾ, ਕਿੰਨੇ ਆਇਮਾ ਨੇ, ਕਿੰਨੇ ਹਫਾਜ਼ ਨੇ, ਕਿੰਨੇ ਸਕਾਲਰ ਨੇ, ਮਗਰ ਤੁਸੀਂ ਰਿਜ਼ਲਟ ਦੇਖੋ ਕਿ ਦੁਨੀਆ ਦੀ ਹਰ ਬਦ ਇਖਲਾਕੀ ਤੇ ਬੁਰਾਈ ਮਾਸ਼ਰੇ 'ਚ ਫੈਲੀ ਹੋਈ ਹੈ। ਉਹ ਤੁਸੀਂ ਕੰਮ ਕੀ ਕਰਦੇ ਪਏ ਹੋ? ਸਮਥਿੰਗ ਇਜ਼ ਰੋਂਗ ਦੇਅਰ। ਤੁਹਾਡੀ ਇੰਨੀ ਲੱਖਾਂ ਮਸਜਿਦਾਂ ਹੋਣ ਦਾ, ਤੁਹਾਡੇ ਇੰਨੇ ਇਮਾਮ ਹੋਣ ਦਾ, ਤੁਹਾਡੇ ਇੰਨੇ ਇਸਲਾਮੀ ਸਕਾਲਰ ਹੋਣ ਦਾ ਕੀ ਰਿਜ਼ਲਟ ਕੀ ਹੈ ਕੌਮ ਦੇ ਉੱਤੇ? ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਸਰ। ਦੇਖ ਲਓ, UAE ਦਾ ਪ੍ਰੈਜ਼ੀਡੈਂਟ ਤੁਹਾਨੂੰ ਕਰਨ ਦੇ ਲੀਡ, ਜਿਹੜਾ ਗੋਬਰ 'ਚ ਫਸਿਆ ਹੋਇਆ, ਠੀਕ ਹੈ, ਗੋਬਰ 'ਚ ਗਿੱਟੇ ਫਸਿਆ ਹੈ, MBS ਤੁਹਾਨੂੰ ਰਿਪਰੈਜ਼ੈਂਟ ਕਰ ਰਿਹਾ, ਹੋਲੀ ਕਸਟੋਡੀਅਨ ਹੈ ਜੀ, ਹੋਲੀ ਬੋਨਸ, ਹੋਲੀ ਸਟੋਨਸ ਉਹਨੂੰ ਰੂਮੀ ਸਾਹਿਬ ਕਹਿੰਦੇ ਹੁੰਦੇ ਆ। ਚਲੋ ਸਰ, ਫਿਰ ਥੈਂਕ ਯੂ ਵੈਰੀ ਮਚ। ਬਿਲਕੁਲ ਜੀ, ਮੇਰੇ ਵੱਲੋਂ ਤਾਂ ਖੁੱਲੀ ਆਫਰ ਹੈ, ਤੁਹਾਡੇ ਤੁਸੀਂ ਆਪਣੇ ਨਾਲ ਚੈਨਲ ਤੋਂ ਵੀ ਦੱਸੋ ਤੇ ਮੈਂ ਵੀ। ਹੁਣ ਤੁਹਾਡੇ ਨਾਲ ਹਮੇਸ਼ਾ ਸੈਟਰਡੇ ਨੂੰ ਇਸ ਟਾਈਮ ਹੋਇਆ ਕਰੇਗੀ ਮੁਲਾਕਾਤ।
ਇਨਸ਼ਾਅੱਲਾ ਮੇਰੀ ਵੀ ਵਰਕ ਰੂਟੀਨ ਵਿੱਚ ਚੇਂਜ ਕਰਵਾ ਲਈ ਹੋਈ ਹੈ, ਉਹਨਾਂ ਨੂੰ ਹਾਂ ਮੈਂ ਇਸ ਦਿਨ ਦੀ ਛੁੱਟੀ ਮੁਸਤਕਿਲ ਲੈ ਲਈ ਹੈ ਹੁਣ, ਤੇ ਹਾਂ ਅੱਜ ਦੇ ਨਹੀਂ ਦਿਨ ਮੈਂ ਨਹੀਂ ਬਿਲਕੁਲ ਫ੍ਰੀ ਹੋਣਾ ਹੁਣ हाँ ਇਨਸ਼ਾਅੱਲਾ। नहीं सैटरडे ਨੂੰ ਰੱਖੋ ਤਾਂ ਕਿ ਠੀਕ ਅਸੀਂ ਹੈ, ਮਿਲਿਆ ਕਰੀਏ ਅੱਲਾ ਨੇ ਠੀਕ ਹੈ ਨਿਗਹਿਬਾਨ। ਇਨਸ਼ਾਅੱਲਾ। ਔਰ ਮੈਂ ਫੇਰ ਅੱਲਾ ਰਿਕਵੈਸਟ ਸਭ ਨੂੰ ਕਰਾਂਗਾ, ਪਲੀਜ਼ ਗੌਰ ਨਾਲ ਸੁਣੋ। ਸਾਨੂੰ ਲੋਕ ਔਰ ਓਵਰਸੀਜ਼ ਨੂੰ ਸੀਰੀਅਸ ਅਪਰੋਚ ਹੋਵੋ, ਸੀਰੀਅਸ ਹੋ ਕੇ ਗੱਲ ਸਾਨੂੰ ਕਰੋ ਸਾਡੇ ਲੋਕ ਨਾਲ ਸੰਜੀਦਗੀ ਓਵਰਸੀਜ਼ ਨਾਲ। ਨੂੰ ਅਪਰੋਚ ਕਰਦੇ ਹੈ, ਵੀ ਹਾਂ ਫੀਲ, ਹਾਲਾਂਕਿ ਸਾਡੇ ਸਟੇਟ ਕੋਈ ਨਹੀਂ ਉੱਥੇ, ਕਿ ਯਾਰ ਪੂਅਰ ਸ਼ੁੱਡ ਬੀ ਹੈਲਪਡ ਇਰਰਿਸਪੈਕਟਿਵ ਆਫ ਦਾ ਰਿਲੀਜਨ। ਮੈਂ ਤਾਂ ਇਹ ਹਾਂ ਨਹੀਂ ਕਹਿੰਦਾ, ਐਗਜ਼ੈਕਟਲੀ। ਲੇਕਿਨ ਯਾਰ ਤੁਸੀਂ ਆਪਣੀ ਹਾਲਤ ਠੀਕ ਨਹੀਂ ਕਰਨਾ ਚਾਹੁੰਦੇ, ਜਿਹੜੇ ਵਿਗਾੜ ਜਿਨ੍ਹਾਂ ਨੇ ਪੈਦਾ ਕੀਤਾ ਹੈ, ਦੇ ਮਸਟ ਵੀ ਉਹਨਾਂ ਨੂੰ ਪਟਾ ਪਾਇਆ ਜਾਏ, ਠੀਕ ਸਰ ਜੀ ਹੈ। ਬਾਜ਼ ਔਕਾਤ ਔਰ ਇਹ ਹੈਲਪ ਤੁਹਾਡੇ ਪੈਸੇ ਦੀ ਲੋੜ ਨਹੀਂ ਹੁੰਦੀ। ਹਾਂ ਵਿਗਾੜ ਪੈਦਾ ਤੁਸੀਂ ਕਰਨ ਵਾਲੀਆਂ ਹੋ ਗਈਆਂ, ਇਹਨਾਂ ਬਿਲਕੁਲ ਨੂੰ ਪਟਾ ਪਾਉਣ ਦੀ ਜ਼ਰੂਰਤ ਹੈ। ਰਹੀ ਬਿਲਕੁਲ, ਇਮਾਮ ਤੁਸੀਂ ਮਸਜਿਦ ਦਾ ਇਨਸਾਨੀਅਤ ਦਾ ਕੰਮ ਮੁਜ਼ਾਹਰਾ ਨਹੀਂ ਕਰਦੇ ਹੋਏ ਉਹਦੇ ਦਰਵਾਜ਼ੇ ਤੇ ਚਲੇ ਜਾਓ, ਪੁੱਤਰ ਸਿਰ ਤੇ ਹੱਥ ਰੱਖ ਦਿਓ ਹੈ। ਨਾ ਬੱਚੇ ਬੱਚੀ ਦੇ, ਤੇ ਇਹਦੇ ਨਾਲ ਹੀ ਉਹਨਾਂ ਦੀ ਨਹੀਂ ਹੈਲਪ ਹੋ ਦੇਖੋ ਜਾਂਦੀ ਸਰ, ਜੀ। ਸਾਦਾ ਜੀ ਗੱਲ ਹੈ। ਇੱਕ ਹਾਂ ਬੰਦੇ ਨੇ ਲਿਖਿਆ ਜੀ ਇਮਾਮ ਮਸਜਿਦ ਦਾ ਨਹੀਂ ਕੰਮ, ਪਿੱਤੇ ਦੇ ਆਪਰੇਸ਼ਨ ਕਰਾਉਣਾ। ਮੈਂ ਕਿਹਾ, ਮੈਂ ਕਾਸ਼ ਉਹ ਮੇਰੀ ਬੇਟੀ ਹੁੰਦੀ ਨਾ, ਮੇਰੇ ਹਾਂ ਸਟਾਈਲ, ਮੈਂ ਬੇਟੀ ਨੂੰ ਕਹਿਣਾ ਸੀ ਕੱਲ ਤੋਂ ਰਹਿਣਾ ਹੀ ਮਸਜਿਦ ਸ਼ੁਰੂ ਕਰ ਦੇ। ਉਹਨੂੰ ਹਾਂ ਕਹੇ ਜੀ ਮੈਂ ਤੇ ਐਗਜ਼ੈਕਟਲੀ ਇੱਥੇ ਹੀ ਹਾਂ, ਕਰਾਓ ਫਿਰ ਐਗਜ਼ੈਕਟਲੀ ਇਲਾਜ, ਨਮਾਜ਼ ਬਿਲਕੁਲ। ਪੜ੍ਹਨ ਇਹ ਆਉਂਦੇ ਤੇਰਾ ਨੇ ਡੇਰਾ, ਲੋਕ, ਤੇਰਾ ਹੱਕ ਠੀਕ ਹੈ। ਬਣਦਾ ਇਸ ਘਰ 'ਚ ਰਹਿ, ਇਹ ਅੱਲਾ ਦਾ ਘਰ ਹੈ। ਉੱਥੇ ਵੀ ਅਨਫੋਰਚੂਨੇਟਲੀ ਮੰਗਣ ਵਾਲੇ ਜਿਹੜੇ ਕਰੋੜ ਕਰੋੜ ਰੁਪਇਆ ਇਕੱਠਾ ਕਰ ਗਏ, ਇਕੱਠਾ ਕਰਦੇ ਨੇ ਸ਼ੁਕਰਾਨਾ ਹੈ। ਔਰ ਉਹਦੇ ਪ੍ਰੋਫੈਸ਼ਨਲਸ, ਬਿਲਕੁਲ। ਜਾਇਜ਼ ਚੀਜ਼ ਵਾਲੇ ਬੰਦੇ ਜਾਣ ਕੋ ਜੀ ਇਹ ਮੈਡੀਕਲ ਰਿਪੋਰਟ ਹੈ, ਇਹ ਦਵਾਈ ਹੈ, ਇਹ ਕੁਛ ਹੈ, ਤੇ ਪੈ ਜਾਓ। ਔਰ ਉਸ ਬੱਚੀ ਦਾ ਜ਼ੁਲਮ, ਉਸ ਦੇਖੋ ਜੀ, ਉਸ ਬੱਚੀ ਦਾ ਕਸੂਰ ਹੈ ਕਿ ਉਹ ਖੁਦਦਾਰ ਹੈ, ਉਹ ਮੇਰੇ ਇਲਾਵਾ ਕਿਸੇ ਅੱਗੇ ਹੱਥ ਨਹੀਂ ਬਿਲਕੁਲ ਫੈਲਾਣਾ ਚਾਹੁੰਦੀ। ਆਈ ਨੋ, ਔਰ ਹੁਣ ਇਹ ਵੀ ਸਭ ਦਾ ਦੱਸੋ। ਇਹੀ ਹੈ, ਸਭ ਦਾ ਇਹੀ ਹੈ ਜੀ। ਅਸਲ ਤੇ ਪ੍ਰੋਬਲਮ ਇਹ ਹੈ, ਜਿਹੜੇ ਲੱਤਾਂ ਚੁੱਕਣ ਡਈਆਂ ਔਰਤਾਂ, ਹਾਂ ਜਿਹੜੀਆਂ ਲੱਤਾਂ ਚੁੱਕਦੀਆਂ ਉਹਨਾਂ ਨੂੰ ਇਸ਼ੂਜ਼ ਨਹੀਂ। ਉਹਨਾਂ ਨੇ ਇਸ਼ੂਜ਼, ਬਿਲਕੁਲ। ਚਲੋ ਸਰ, ਤੁਹਾਡਾ ਰੋਜ਼ਾ ਖਤਮ ਹੋ ਗਿਆ ਹੋਇਆ, ਨਹੀਂ ਤੇ ਨਹੀਂ ਲੱਤਾਂ ਸਾਡੇ ਤਾਂ ਚੁੱਕਣ ਰਾਤ ਤੋਂ ਹੈਗੀ ਇੱਥੇ ਤੁਹਾਡਾ ਇਨਸ਼ਾਅੱਲਾ। ਰੋਜ਼ਾ ਹੀ ਨਾ ਟੁੱਟ ਜਾਂਦਾ। ਅੱਲਾ ਨਿਗਹਿਬਾਨ ਸਰ।